ਚਾਹੇ ਕੈਪਟਨ ਅਮਰਿੰਦਰ ਸੀ ਤੇ ਚਾਹੇ ਅਕਾਲੀ ਸੀ, ਇਹਨਾਂ ਨੇ ਮਜੀਠੀਏ ਨੂੰ ਬਚਾ ਕੇ ਰੱਖਿਆ 9 ਸਾਲ। ਰਹਿਨਮਾਈ ਕਿਹਦੀ ਸੀਗੀ? ਲਾਲ ਬੱਤੀਆਂ ਦੇ ਵਿੱਚ ਨਸ਼ਾ ਕੌਣ ਵੇਚਦਾ ਸੀਗਾ? ਮੈਂ ਨਹੀਂ ਕਹਿੰਦਾ, ਇਹਨਾਂ ਦੇ ਵਿੱਚ ਸਰਕਾਰ ਦੇ ਵਿੱਚ ਉਸ ਵੇਲੇ ਬੈਠਾ ਹੋਇਆ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ। ਇਹਨਾਂ ਦੀ ਸਰਕਾਰ ਦਾ ਹਿੱਸਾ ਸੀ ਉਹ, ਮੈਂ ਤਾਂ ਕਹੀ ਨਹੀਂ ਹੈਗਾ। ਅੱਜ ਤੋਂ 1.5 ਮਹੀਨਾ ਪਹਿਲਾਂ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਪਰਚਾ ਹੋਇਆ ਨਸ਼ੇ ਦਾ, ਇਹ ਕਹਿੰਦੇ ਆ ਸਾਜ਼ਿਸ਼ ਹੋਈ ਆ। ਸਾਜ਼ਿਸ਼ ਨਹੀਂ ਹੋਈ। 2013 ਦੇ ਵਿੱਚ ਸਰਕਾਰ ਕਿਹਨਾਂ ਦੀ ਸੀ? ਅਕਾਲੀ ਦਲ ਬੀਜੇਪੀ ਦੀ। ਔਰ ਉਹ ਬੰਦਾ ਡੀਐਸਪੀ ਪੁਲਿਸ ਦਾ ਜਿਹੜਾ ਹੈਗਾ, ਉਹਨੇ ਮੀਡੀਆ ਦੇ ਸਾਹਮਣੇ ਸਟੇਟਮੈਂਟ ਦਿੱਤੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਬਿਕਰਮਜੀਤ ਸਿੰਘ ਮਜੀਠੀਏ ਦੀ ਰਹਿਨਮਾਈ ਦੇ ਹੇਠ ਚੱਲ ਰਿਹਾ ਆ। ਮੈਂ ਕਹਿੰਦਾ ਅੱਜ ਪੰਜਾਬ ਦੇ ਅੰਦਰ ਜੇ ਆਪਾਂ ਨਸ਼ੇ ਮਾਫੀਏ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦਾ ਨਾਮ ਆਉਂਦਾ। ਜਦੋਂ ਕਿਸੇ ਦਾ ਸਹਾਰਾ ਆਉਂਦਾ, ਇਸ਼ਾਰਾ ਵੀ ਨਾਲੇ ਆ ਜਾਂਦਾ। ਇਹ ਵੱਡੇ ਵੱਡੇ ਘਰਾਣਿਆਂ ਦੇ ਕੋਲੋਂ ਪੈਸਾ ਲੈ ਕੇ ਜਦੋਂ ਇਲੈਕਸ਼ਨ ਲੜਦੇ ਆ, ਫਿਰ ਮੂੰਹ ਇਸੇ ਕਰਕੇ ਨਹੀਂ ਲੋਕਾਂ ਦੇ ਲਈ ਖੋਲਦੇ, ਇਸੇ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੇ ਆ। ਅਕਾਲੀ ਦਲ ਦੇ ਉਹ ਲੀਡਰ ਰਾਣੇ ਨੂੰ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖਿਆ, ਥਾਣੇਦਾਰ ਦੀ ਕੁੜੀ ਨਾਲ ਛੇੜਖਾਨੀ ਕਰਦਾ। ਜਦੋਂ ਇੱਕ ਥਾਣੇਦਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਥਾਣੇਦਾਰ ਮਾਰ ਦਿੱਤਾ। ਭ੍ਰਿਸ਼ਟ ਸਿਸਟਮ ਦੀ ਮਾਂ ਕੌਣ ਆ? ਜਨਨੀ ਕੌਣ ਆ? ਕਾਂਗਰਸ ਪਾਰਟੀ ਆ। ਜੇ ਅੱਜ ਇਹ ਦੇਸ਼ ਜਿਹੜਾ ਹੈਗਾ ਅੱਜ ਇਸ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ, ਉਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰ ਜਿਹੜੀ ਜਮਾਤ ਆ ਉਹ ਕਾਂਗਰਸ ਜਮਾਤ ਆ। ਤੁਹਾਡੀ ਪਾਰਟੀ ਦਾ ਏਜੰਡਾ ਕੀ ਆ? ਤੁਹਾਡੀ ਪਾਰਟੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਆ? ਤੁਹਾਡੀ ਪਾਰਟੀ ਪਿਛਲੇ ਪੌਣੇ 2 ਸਾਲ ਤੋਂ ਮੈਂ ਇਕੱਲੇ ਪ੍ਰਾਈਵੇਟ ਸਕੂਲ ਦੇ ਖਿਲਾਫ ਲੜਾਈ ਲੜ ਰਿਹਾ। ਚੁਣਿਆ ਹੋਇਆ ਐਮਐਲਏ ਕਿਉਂ ਨਹੀਂ ਬੋਲਿਆ? ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਕਿਉਂ ਨਹੀਂ ਬੋਲਿਆ? ਕਿਉਂਕਿ ਮੂੰਹ ਖਾਵੇ ਤੇ ਅੱਖ ਸ਼ਰਮਾਵੇ। ਇੱਕ ਵਾਰ ਮੈਨੂੰ ਵਿਧਾਨ ਸਭਾ ਦੇ ਵਿੱਚ ਜੇ ਉਹਨਾਂ ਨੇ ਪਹੁੰਚਾ ਦਿੱਤਾ ਨਾ, ਤਾਂ ਫਗਵਾੜੇ ਦੇ ਅੰਦਰ ਨੁਹਾਰ ਬਦਲ ਕੇ ਰੱਖ ਦੂੰ। ਦੱਸ ਦੂੰਗਾ ਇੱਕ ਐਮਐਲਏ ਦੀ ਡਿਊਟੀ ਕੀ ਹੁੰਦੀ ਹੈ, ਇੱਕ ਐਮਐਲਏ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ। 2017 ਦੇ ਵਿੱਚ ਬੀਐਸਪੀ ਨੇ ਇੱਥੋਂ ਉਮੀਦਵਾਰ ਦਿੱਤਾ, ਮੁੰਡਾ ਸੁਰਿੰਦਰ ਢਾਂਡਾ, ਮੁੜ ਕੇ ਲੱਭਾ ਹੀ ਨਹੀਂ। 2019 ਦੇ ਵਿੱਚ ਇਹਨਾਂ ਨੇ ਬਾਹਰੋਂ ਲੈ ਕੇ ਆਂਦਾ ਭਗਵਾਨ ਦਾਸ ਸਿੱਧੂ, ਉਹ ਮੁੜ ਕੇ ਲੱਭਾ ਹੀ ਨਹੀਂ। ਉਹ ਸ਼ਾਮ 84 ਤੋਂ ਲੈ ਕੇ ਆਂਦਾ ਸੀ, ਹੁਣ ਬਲਾਚੌਰ ਤੋਂ 65 ਕਿਲੋਮੀਟਰ ਤੋਂ ਲੈ ਆਂਦਾ। ਬੜਾ ਮਸਲਾ ਕਹਿੰਦੇ ਨੇ ਉਹ ਬਾਹਰ ਹੀ ਆ ਗਿਆ ਜੀ, ਉਹ ਇੰਨੀ ਦੂਰ ਤੋਂ ਆ ਗਿਆ, ਕਿਉਂ ਬਾਹਰ ਲਾ ਕੇ ਕੋਈ ਕਿਉਂ ਨਹੀਂ ਕੰਮ ਕਰ ਸਕਦਾ? ਮਤਲਬ ਇਹ ਯੋਗਤਾ ਥੋੜੀ ਕਿ ਬਾਹਰਲਾ ਆਊਗਾ ਤਾਂ ਕੰਮ ਨਹੀਂ ਕਰੂਗਾ। ਇਹ ਬਾਹਰੋਂ ਆਉਂਦੇ ਆ ਬਰਸਾਤੀ ਡੱਡੂਆਂ ਵਾਂਗੂ ਆ ਕੇ ਇਲੈਕਸ਼ਨ ਲੜਿਆ ਤੇ ਹੋ ਗਏ। ਮਸਲਾ ਇਹ ਨਹੀਂ ਹੈਗਾ ਵੀ ਲੜਿਆ ਕੌਣ, ਮਸਲਾ ਇਹ ਹੈਗਾ ਵੀ ਇਲੈਕਸ਼ਨ ਲੜਨ ਤੋਂ ਬਾਅਦ ਖੜਿਆ ਕੌਣ। ਤੁਸੀਂ ਫਗਵਾੜੇ ਦੇ ਲੋਕਾਂ ਨਾਲ ਇਲੈਕਸ਼ਨ ਲੜਨ ਤੋਂ ਬਾਅਦ ਕਿੱਥੇ ਖੜੇ? ਮੈਂ ਤੁਹਾਡੇ ਪੋਸਟਰ ਪੜ੍ਹ ਰਿਹਾ ਸੀ, ਤੁਸੀਂ ਕਿਹਾ ਮੈਂ ਲੋਕਾਂ ਦੇ ਲਈ ਸੰਘਰਸ਼ ਕੀਤਾ। ਤੁਸੀਂ ਕਿਹੜਾ ਸੰਘਰਸ਼ ਕੀਤਾ ਫਗਵਾੜੇ ਦੇ ਲੋਕਾਂ ਨਾਲ? ਜਿਹਨਾਂ 27,000 ਲੋਕਾਂ ਨੇ ਮੈਨੂੰ ਵੋਟ ਪਾਈ ਆ, ਉਹਨਾਂ ਨੇ ਮੈਨੂੰ ਐਮਐਲਏ ਮੰਨ ਕੇ ਪਾਈ ਆ, ਉਹਨਾਂ ਦੀ ਬਾਂਹ ਨਹੀਂ ਛੱਡਣੀ। ਤੁਸੀਂ 2012 ਤੋਂ ਲੈ ਕੇ 2022 ਤੱਕ ਦਾ 10 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ। ਤੁਸੀਂ 10 ਸਾਲ ਤੋਂ ਫਗਵਾੜੇ 'ਚ ਕੰਮ ਕਰ ਰਹੇ ਹੋ, ਫਿਰ ਤਾਂ ਫਗਵਾੜੇ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਜਿੰਨੇ ਤੁਸੀਂ ਕੰਮ ਗਣਾ। ਵਿਧਾਨ ਸਭਾ ਹਲਕਾ ਫਗਵਾੜਾ ਇਸ ਵੇਲੇ ਇਸ ਕਰਕੇ ਚਰਚਾ 'ਚ ਆ ਕਿਉਂਕਿ ਇੱਥੋਂ ਬੀਜੇਪੀ ਦਾ ਵੱਡਾ ਚਿਹਰਾ ਵਿਜੇ ਸਾਂਪਲਾ ਚੋਣ ਲੜ ਰਹੇ ਨੇ ਤੇ ਅਕਾਲੀ ਦਲ ਬਸਪਾ ਗਠਜੋੜ ਵੱਲੋਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਚੋਣ ਮੈਦਾਨ 'ਚ ਨੇ ਤੇ ਉਹਨਾਂ ਨੂੰ ਟੱਕਰ ਦੇ ਰਹੇ ਨੇ ਲੋਕ ਇਨਸਾਫ ਪਾਰਟੀ ਦੇ ਜਰਨੈਲ ਨੰਗਲ ਸਾਡੇ ਨਾਲ ਨੇ। ਗੱਲਬਾਤ ਕਰਾਂਗੇ। ਬਾਈ ਜੀ, ਤੁਹਾਡੇ ਅੱਗੇ ਵੱਡੇ ਚਿਹਰੇ, ਕਿਵੇਂ ਮੁਕਾਬਲਾ ਕਰੋਗੇ ਇਹਨਾਂ ਦਾ? ਦੇਖੋ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਪਾਰਟੀਆਂ ਦਾ ਨਾਮ ਵੱਡਾ ਹੋ ਸਕਦਾ ਆ, ਪਾਰਟੀਆਂ ਦਾ ਨਾਮ ਵੱਡਾ ਹੈਗਾ। ਲੇਕਿਨ ਜੇ ਆਪਾਂ ਕਹੀਏ ਵੀ ਮੁਕਾਬਲਾ ਮੈਂ ਉਹਨਾਂ ਦੇ ਨਾਲ ਸਾਧਨਾਂ ਨਾਲ ਨਹੀਂ ਮੁਕਾਬਲਾ ਕਰ ਸਕਦਾ। ਸਾਧਨ ਸੰਪੰਨ ਲੋਕ ਨੇ, ਮੈਂ ਪੈਸੇ 'ਚ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ, ਬੜੇ ਪੈਸੇ ਵਾਲੇ ਨੇ, ਲੇਕਿਨ ਕੰਮ ਦੇ ਵਿੱਚ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਜਿਹੜੀ ਮਰਜ਼ੀ ਗਰਾਊਂਡ ਤੇ ਆ ਜਾਣ, ਓਪਨ ਡਿਬੇਟ ਕਰ ਲੈਣ ਮੇਰੇ ਨਾਲ ਬੈਠ ਕੇ ਵੀ ਫਗਵਾੜੇ ਲਈ ਉਹਨਾਂ ਨੇ ਕੀ ਕੀਤਾ, ਮੈਂ ਕੀ ਕਰਨਾ। ਇੱਕ ਤਾਂ ਨਾਲੇ ਆਇਆ 65 ਕਿਲੋਮੀਟਰ ਤੋਂ ਬਲਾਚੌਰ ਤੋਂ ਆ, ਸੂਬਾ ਪ੍ਰਧਾਨ ਜਿਹੜਾ ਆ ਉਹ ਤਾਂ ਬਲਾਚੌਰ ਤੋਂ ਆਇਆ, ਤੇ ਦੂਸਰਾ ਜਲੰਧਰ ਤੋਂ ਆ। ਮੈਂ ਇੱਥੋਂ ਦਾ ਜੰਮਪਲ ਆ, ਮੇਰਾ ਬਾਪ ਇੱਥੋਂ ਦਾ ਜੰਮਪਲ ਸੀ, ਮੇਰੇ ਬਾਪ ਦਾ ਬਾਪ ਇੱਥੋਂ ਦਾ ਜੰਮਪਲ ਸੀ, ਮੇਰਾ ਦਾਦੇ ਦਾ ਬਾਪ ਵੀ ਇੱਥੋਂ ਦਾ ਜੰਮਪਲ ਸੀ। ਇਸ ਕਰਕੇ ਮੈਂ ਇੱਥੋਂ ਦੀ ਗਰਾਊਂਡ ਦੇ ਨਾਲ ਜੁੜਿਆ ਹੋਇਆ। ਕੰਮ ਦੇ ਮਾਮਲੇ ਦੇ ਵਿੱਚ ਉਹ ਮੇਰਾ ਮੁਕਾਬਲਾ ਨਹੀਂ ਕਰ ਸਕਦੇ। ਉਹ ਜਿੱਥੇ ਮਰਜ਼ੀ ਆ ਕੇ ਇਸ ਗੱਲ ਦੀ ਓਪਨ ਡਿਬੇਟ ਕਰ ਲੈਣ। ਇਹ ਬੜਾ ਮਸਲਾ ਕਹਿੰਦੇ ਨੇ ਉਹ ਬਾਹਰ ਹੀ ਆ ਗਿਆ ਜੀ, ਉਹ ਇੰਨੀ ਦੂਰ ਤੋਂ ਆ ਗਿਆ, ਕਿਉਂ ਬਾਹਰ ਲਾ ਕੇ ਕੋਈ ਕਿਉਂ ਨਹੀਂ ਕੰਮ ਕਰ ਸਕਦਾ? ਮਤਲਬ ਇਹ ਯੋਗਤਾ ਥੋੜੀ ਕਿ ਬਾਹਰਲਾ ਆਊਗਾ ਤਾਂ ਕੰਮ ਨਹੀਂ ਕਰੂਗਾ ਉਹ। ਨਹੀਂ, ਇਹਦੇ ਵਿੱਚ ਇੱਕ ਵੱਡੀ ਗੱਲ ਇਹ ਵੀ ਹੈ ਨਾ, ਇਹ ਬਾਹਰੋਂ ਆਉਂਦੇ ਆ ਬਰਸਾਤੀ ਡੱਡੂਆਂ ਵਾਂਗੂ ਆ ਕੇ ਇਲੈਕਸ਼ਨ ਲੜਿਆ ਤੇ ਹੋ ਗਏ। ਮਸਲਾ ਇਹ ਨਹੀਂ ਹੈਗਾ ਵੀ ਲੜਿਆ ਕੌਣ, ਮਸਲਾ ਇਹ ਹੈਗਾ ਵੀ ਇਲੈਕਸ਼ਨ ਲੜਨ ਤੋਂ ਬਾਅਦ ਖੜਿਆ ਕੌਣ। ਇਹ ਮਸਲਾ ਆ। ਇਸ ਕਰਕੇ ਮੈਂ ਤੁਹਾਨੂੰ ਪਿਛਲਾ ਇਤਿਹਾਸ ਬੋਲ ਕੇ ਦੇਖ ਲਓ। 2017 ਦੇ ਵਿੱਚ ਬੀਐਸਪੀ ਨੇ ਇੱਥੋਂ ਉਮੀਦਵਾਰ ਦਿੱਤਾ, ਮੁੰਡਾ ਸੁਰਿੰਦਰ ਢਾਂਡਾ, ਮੁੜ ਕੇ ਲੱਭਾ ਹੀ ਨਹੀਂ। 2019 ਦੇ ਵਿੱਚ ਇਹਨਾਂ ਨੇ ਬਾਹਰੋਂ ਲੈ ਕੇ ਆਂਦਾ ਭਗਵਾਨ ਦਾਸ ਸਿੱਧੂ, ਉਹ ਮੁੜ ਕੇ ਲੱਭਾ ਹੀ ਨਹੀਂ। ਉਹ ਸ਼ਾਮ 84 ਤੋਂ ਲੈ ਕੇ ਆਂਦਾ ਸੀ, ਹੁਣ ਬਲਾਚੌਰ ਤੋਂ 65 ਕਿਲੋਮੀਟਰ ਤੋਂ ਲੈ ਆਂਦਾ। ਇਹਦਾ ਮਤਲਬ ਇਹ ਆ ਕਿ ਜੇ ਫਗਵਾੜੇ ਦੇ ਲੋਕ ਸੰਗਠਨ ਦੇ ਵਿੱਚ ਬੈਠੇ ਆ,
ਵੈਸੇ ਉਹਨਾਂ ਦਾ ਇੰਟਰਨਲ ਮਾਮਲਾ ਆ, ਲੇਕਿਨ ਸੰਗਠਨ ਦੇ ਵਿੱਚ ਜਿਹੜੇ ਲੋਕਲ ਲੋਕ ਬੈਠੇ ਹੁੰਦੇ ਆ, ਜਿਹੜੇ ਕਿਸੇ ਪਾਰਟੀ ਦੇ ਲਈ ਦਿਨ ਪਰ ਰਾਤ ਝੰਡਾ ਚੁੱਕ ਕੇ ਖੜੇ ਆ, ਹੱਕ ਤਾਂ ਉਹਨਾਂ ਦਾ ਬਣਦਾ ਹੁੰਦਾ। ਇਹ ਤਾਂ ਜਿਹੜੇ ਬਾਹਰੋਂ ਆ ਕੇ ਆ, ਉਹਨਾਂ ਨੂੰ ਫਗਵਾੜੇ ਦੇ ਲੋਕਾਂ ਨਾਲ ਇਸ ਗੱਲ ਨਾਲ ਮਤਲਬ ਨਹੀਂ ਹੈਗਾ। ਉਹਨਾਂ ਨੇ ਤਾਂ ਇਹ ਆ ਵੀ ਅਸੀਂ ਆਏ ਆ, ਇਲੈਕਸ਼ਨ ਲੜਿਆ ਤੇ ਚੱਲ ਗਏ। ਯੋਗਤਾ ਇਸ ਗੱਲ ਦੀ ਚਾਹੀਦੀ ਆ ਕਿ ਇਲੈਕਸ਼ਨ ਲੜਨ ਤੋਂ ਬਾਅਦ ਲੋਕਾਂ ਦੇ ਲਈ ਖੜਦਾ ਕੌਣ ਆ, ਰਿਜ਼ਲਟ ਕੁਝ ਵੀ ਹੋਵੇ। ਤੁਸੀਂ ਫਗਵਾੜੇ ਦੇ ਲੋਕਾਂ ਨਾਲ ਇਲੈਕਸ਼ਨ ਲੜਨ ਤੋਂ ਬਾਅਦ ਕਿੱਥੇ ਖੜੇ? ਮੈਂ ਤੁਹਾਡੇ ਪੋਸਟਰ ਪੜ੍ਹ ਰਿਹਾ ਸੀ, ਤੁਸੀਂ ਕਿਹਾ ਮੈਂ ਲੋਕਾਂ ਦੇ ਲਈ ਸੰਘਰਸ਼ ਕੀਤਾ। ਤੁਸੀਂ ਕਿਹੜਾ ਸੰਘਰਸ਼ ਕੀਤਾ ਫਗਵਾੜੇ ਦੇ ਲੋਕਾਂ ਲਈ? ਮੈਂ ਕਿਹਾ ਜੀ 2012 ਦੇ ਵਿੱਚ ਮੈਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਸੀ ਵਿਧਾਨ ਸਭਾ ਦਾ। ਕਰੀਬ 27000 ਲੋਕਾਂ ਨੇ ਮੈਨੂੰ ਵੋਟ ਪਾਈ ਔਰ ਮਨ ਦੇ ਵਿੱਚ ਇਹ ਤਹੀਆ ਕੀਤਾ ਸੀਗਾ ਵੀ ਚਾਹੇ ਮੈਂ ਵਿਧਾਨ ਸਭਾ ਦੇ ਵਿੱਚ ਨਹੀਂ ਪਹੁੰਚ ਸਕਿਆ, ਲੇਕਿਨ ਜਿਨ੍ਹਾਂ 27000 ਲੋਕਾਂ ਨੇ ਮੈਨੂੰ ਵੋਟ ਪਾਈ ਆ, ਉਹਨਾਂ ਨੇ ਮੈਨੂੰ ਐਮਐਲਏ ਮੰਨ ਕੇ ਪਾਈ ਆ, ਉਹਨਾਂ ਦੀ ਬਾਹ ਨਹੀਂ ਛੱਡਣੀ। ਤੁਸੀਂ 2012 ਤੋਂ ਲੈ ਕੇ 2022 ਤੱਕ ਦਾ 10 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ। ਜੇ ਫਗਵਾੜੇ ਦੇ ਵਿੱਚ ਰੇੜੀ ਫੜੀ ਤੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਜਰਨੈਲ ਨੰਗਲ, ਜੇ ਫਗਵਾੜੇ ਦੇ ਅੰਦਰ ਐਲੀਵੇਟਡ ਪੁਲ ਬਣਾਉਣਾ ਤਾਂ ਜਰਨੈਲ ਨੰਗਲ, ਜੇ ਫਗਵਾੜੇ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਮਾਪਿਆਂ ਦੀ ਲੁੱਟ ਕਰ ਰਹੇ ਪ੍ਰਾਈਵੇਟ ਸਕੂਲ ਤਾਂ ਉਹਨਾਂ ਦੇ ਖਿਲਾਫ ਜੇ ਕੋਈ ਪੌਣੇ 2 ਸਾਲ ਤੋਂ ਲੜਾਈ ਲੜ ਰਿਹਾ ਤਾਂ ਜਰਨੈਲ ਨੰਗਲ, ਜੇ ਫਗਵਾੜੇ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣਾ ਤਾਂ ਜਰਨੈਲ ਨੰਗਲ, ਜੇ ਫਗਵਾੜੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੋਈ ਕਿਸੇ ਦਾ ਇਲਾਜ ਨਹੀਂ ਹੋ ਰਿਹਾ, ਕਿਸੇ ਨਾਲ ਧੱਕਾ ਹੋ ਰਿਹਾ ਤਾਂ ਜਰਨੈਲ ਨੰਗਲ, ਜੇ ਫਗਵਾੜੇ ਦੇ ਵਿੱਚ ਪੁਲਿਸ ਦੇ ਖਿਲਾਫ ਕੋਈ ਪੰਚਾਇਤ ਕਰਦਾ, ਅੱਜ ਤੱਕ ਤੁਸੀਂ ਸੁਣੀ ਨਹੀਂ ਹੋਊਗੀ, ਪੰਚਾਇਤ ਨੂੰ ਪੁਲਿਸ ਵਾਲੇ ਤਲਬ ਕਰਦੇ ਹੁੰਦੇ ਆ, ਲੇਕਿਨ ਅਸੀਂ ਫਗਵਾੜੇ ਦੇ ਵਿੱਚ ਪੁਲਿਸ ਦੇ ਦਫ਼ਤਰ ਦੇ ਬਾਹਰ, ਐਸਪੀ ਦੇ ਦਫ਼ਤਰ ਦੇ ਬਾਹਰ ਜਾ ਕੇ ਪੁਲਿਸ ਦੇ ਖਿਲਾਫ ਪੰਚਾਇਤ ਕੀਤੀ ਕਿਉਂਕਿ ਲੋਕਾਂ ਨੂੰ ਨਿਆਂ ਨਹੀਂ ਸੀ ਮਿਲ ਰਿਹਾ, ਤਾਂ ਉਹ ਵੀ ਜਰਨੈਲ ਨੰਗਲ। ਜੇ ਫਗਵਾੜੇ ਦੇ ਵਿੱਚ ਅਵਾਰਾ ਪਸ਼ੂ ਘੁੰਮਦੇ ਆ ਤਾਂ ਅਸੀਂ ਏਡੀਸੀ ਨੂੰ ਔਰ ਡੀਸੀ ਨੂੰ ਇਹ ਗੱਲ ਕਹੀ ਵੀ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ, ਤੁਸੀਂ ਗਊ ਸੈਸ ਲੈਂਦੇ ਹੋ, ਇਹ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣਦਾ। ਕੋਈ ਪਾਰਟੀ ਨਹੀਂ ਬੋਲੀ, ਲੇਕਿਨ ਮੈਂ ਸਾਰੇ ਘੁੰਮਦੇ ਹੋਏ ਅਵਾਰਾ ਪਸ਼ੂ ਜਿਹੜੇ ਲਿਆ ਕੇ ਏਡੀਸੀ ਦੇ ਦਫ਼ਤਰ ਦੇ ਬਾਹਰ ਬੰਦ ਤੇ, ਚਾਹੇ ਅੱਜ ਮੈਨੂੰ ਪਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ, ਮੈਂ ਆਪਣੀ ਨਿੱਜੀ ਲੜਾਈ ਕੋਈ ਨਹੀਂ ਲੜੀ, ਮੈਂ ਲੋਕਾਂ ਦੀ ਲੜਾਈ ਲੜੀ ਹੈ ਔਰ ਅੱਜ ਵੀ ਲੜ ਰਿਹਾ। ਇਸ ਕਰਕੇ ਮੈਂ ਕਹਿੰਦਾ ਆਉਣ ਤਾਂ ਸਹੀ, ਆ ਕੇ ਦੱਸਣ। ਮੈਂ 10 ਸਾਲਾਂ ਦਾ ਮੇਰਾ ਰਿਕਾਰਡ ਚੱਕ ਕੇ ਦੇਖ ਲਓ, ਮੈਂ ਅੱਜ ਤੱਕ ਇਹ ਨਹੀਂ ਵੀ ਇਲੈਕਸ਼ਨ ਲੜਿਆ ਤੇ ਮੁੜ ਕੇ ਘਰ ਬਹਿ ਗਏ। ਇਲੈਕਸ਼ਨ ਆਉਣਾ ਜਦੋਂ 3 ਮਹੀਨੇ ਪਹਿਲਾਂ ਬਰਸਾਤੀ ਡੱਡੂਆਂ ਵਾਂਗੂ ਨਿਕਲੇ ਤਾਂ ਮੇਰੀ ਤਾਂ ਲੜਾਈ ਰੋਜ਼ ਦੀ ਆ। ਮੇਰੇ ਪਾਸਪੋਰਟ ਤੇ ਤਾਂ ਕੋਈ ਵਿਦੇਸ਼ ਦਾ ਵੀਜ਼ਾ ਵੀ ਹੈ ਨਹੀਂ। ਨਹੀਂ, ਤੁਸੀਂ ਦੱਸਿਆ ਤੁਸੀਂ ਫਗਵਾੜੇ 'ਚ ਬਹੁਤ ਸਾਰੇ ਕੰਮ ਕੀਤੇ। ਜੇ ਤੁਸੀਂ 10 ਸਾਲ ਤੋਂ ਫਗਵਾੜੇ 'ਚ ਕੰਮ ਕਰ ਰਹੇ ਹੋ, ਫਿਰ ਤਾਂ ਫਗਵਾੜੇ 'ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਜਿੰਨੇ ਤੁਸੀਂ ਕੰਮ ਗਣਾਤੇ। ਮੈਂ ਜਿਹੜੀਆਂ ਗੱਲਾਂ ਜਿਹੜੇ ਕੀਤੇ ਹੋਏ ਕੰਮ ਹੈ, ਮੈਂ ਉਹ ਸਮੱਸਿਆਵਾਂ ਦਾ ਹੱਲ ਜਿਹੜਾ ਆ ਉਹ ਸਾਡੇ ਚੁਣੇ ਹੋਏ ਵਿਧਾਨਕਾਰਾਂ ਨੇ ਕਰਨਾ ਸੀਗਾ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਲੋਕ ਪਹੁੰਚਦੇ ਹੈਗੇ ਆ ਨਾ, ਉਹਨਾਂ ਦਾ ਇੱਕ ਹੱਥ ਪਾਵਰ ਹੁੰਦੀ ਆ, ਉਹਨਾਂ ਦੇ ਕੋਲ ਕਲਮ ਦੀ ਤਾਕਤ ਹੁੰਦੀ ਹੈ। ਵਿਧਾਨ ਜਿਹੜੀ ਸਭਾ ਆ ਸਾਡੀ, ਉਹ ਇੱਕ ਮੰਦਿਰ ਆ ਸਾਡਾ, ਜਿੱਥੇ ਸਾਡੀ ਤਕਦੀਰ ਲਿਖੀ ਜਾਂਦੀ ਆ, ਲੇਕਿਨ ਉੱਥੇ ਜਿਹੜੇ ਗੁੰਗੇ ਜਾਈ ਜਾਂਦੇ ਆ, ਉੱਥੇ ਬੋਲੇ ਜਾਈ ਜਾਂਦੇ ਆ, ਉੱਥੇ ਅੰਨੇ ਜਾਈ ਜਾਂਦੇ ਆ, ਜਿਨ੍ਹਾਂ ਨੂੰ ਨਾ ਲੋਕਾਂ ਦਾ ਦਰਦ ਦਿਸਦਾ, ਨਾ ਲੋਕਾਂ ਦਾ ਦਰਦ ਸੁਣਦਾ, ਨਾ ਲੋਕਾਂ ਦੇ ਲਈ ਜਾ ਕੇ ਉੱਥੇ ਮੂੰਹ ਖੋਲਦੇ ਆ। ਨਹੀਂ ਤਾਂ ਮੈਂ ਤਾਂ ਦਾਅਵਾ ਕਰਕੇ ਇਹ ਗੱਲ ਕਹਿੰਦਾ, ਪਿਛਲੇ 26 ਮਹੀਨਿਆਂ ਤੋਂ ਬਲਵਿੰਦਰ ਸਿੰਘ ਧਾਲੀਵਾਲ ਵਿਧਾਨ ਸਭਾ ਦਾ ਮੈਂਬਰ ਬਣਿਆ। 26 ਮਹੀਨਿਆਂ ਦੇ ਵਿੱਚ ਜਿੰਨੇ ਸੈਸ਼ਨ ਲੱਗੇ ਹੋਣਗੇ, ਮੈਨੂੰ 26 ਮਿੰਟ ਦਾ ਰਿਕਾਰਡ ਕੱਢ ਕੇ ਦਿਖਾ ਦੇਵੇ ਵੀ ਵਿਧਾਨ ਸਭਾ ਜਾ ਕੇ ਮੈਂ 26 ਮਿੰਟ ਫਗਵਾੜੇ ਵਾਸਤੇ ਬੋਲਿਆ, ਮੈਂ ਮੰਨ ਜਾਊਂਗਾ। ਜੇ 7.5 ਸਾਲ ਸੋਮ ਪ੍ਰਕਾਸ਼ ਵਿਧਾਨ ਸਭਾ ਦਾ ਮੈਂਬਰ ਰਿਹਾ, 7.5 ਸਾਲਾਂ ਦੇ ਵਿੱਚ ਉਹ ਰਿਕਾਰਡ ਕੱਢ ਕੇ ਦਿਖਾ ਦੇਵੇ ਵੀ ਮੈਂ ਫਗਵਾੜੇ ਵਾਸਤੇ ਆਹ ਕੁਝ ਬੋਲਿਆ। ਇਹ ਚੀਜ਼ ਜਿਹੜੀ ਹੈਗੀ ਆ, ਇਹ ਤਾਂ ਵਿਧਾਨ ਸਭਾ ਦੇ ਵਿੱਚ ਕੋਈ ਮੂੰਹ ਜਾ ਕੇ ਖੋਲੂਗਾ ਤਦੇ ਹੀ ਆ। ਜਿਹੜੀਆਂ ਸਮੱਸਿਆਵਾਂ ਹੈਗੀਆਂ, ਜਿਹੜੀਆਂ ਮੈਂ ਸੜਕ ਤੇ ਬੈਠ ਕੇ ਹੱਲ ਕਰਾਉਣਾ, ਅਗਰ ਇਹ ਲੋਕ ਚਾਹਣ, ਜਿਹੜੇ ਆਪਣੇ ਆਪ ਨੂੰ ਆਈਏਐਸ ਕਹਿੰਦੇ ਆ, ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਚਿਹਰੇ ਕਹਿੰਦੇ ਆ, ਅਗਰ ਇਹ ਲੋਕ ਚਾਹਣ ਤਾਂ ਉਹ ਸਮੱਸਿਆਵਾਂ ਪੈਦਾ ਹੀ ਨਹੀਂ ਹੋਣੀਆਂ। ਮੈਂ ਤਾਂ ਸਮੱਸਿਆਵਾਂ ਦਾ ਇਲਾਜ ਕਰ ਰਿਹਾ। ਹੁਣ ਇੱਕ ਡਾਕਟਰ ਆ, ਉਹ ਦੁੱਖਾਂ ਦਾ ਇਲਾਜ ਕਰਦਾ, ਇਹਦਾ ਮਤਲਬ ਇਹ ਥੋੜੀ ਵੀ ਬਿਮਾਰੀ ਖਤਮ ਹੋ ਗਈ ਆ। ਬਿਮਾਰੀ ਜਿਹੜੀ ਹੈਗੀ ਆ ਉਹ ਹੈਗੀ ਆ, ਲੇਕਿਨ ਬਿਮਾਰੀ ਪੈਦਾ ਕਰਨ ਵਾਲੇ ਕੌਣ ਆ? ਸ਼ੂਗਰ ਹੁੰਦੀ ਆ, ਆਪਾਂ ਕਹਿੰਦੇ ਖੰਡ ਨਾ ਖਾਇਓ, ਆਪਾਂ ਇਹ ਗੱਲ ਕਹਿੰਦੇ ਆ ਨਾ। ਹੁਣ ਖੰਡ ਜਿਹੜੀ ਆ ਸ਼ੂਗਰ ਦਾ ਇਲਾਜ ਥੋੜੀ ਹੋ ਸਕਦੀ ਆ। ਇਹ ਜਿਹੜੇ ਆ, ਇਹ ਲੋਕ ਆ, ਇਹ ਉਹ ਖੰਡ ਆ ਜਿਨ੍ਹਾਂ ਨੇ ਸ਼ੂਗਰ ਪੈਦਾ ਕੀਤੀ ਆ। ਇਸ ਕਰਕੇ ਇਹ ਲੋਕ ਜਿਹੜੇ ਆ ਉਸ ਚੀਜ਼ ਦਾ ਇਲਾਜ ਨਹੀਂ ਕਰ ਰਹੇ। ਮੇਰੇ ਕੋਲ ਇਲਾਜ ਆ, ਮੈਂ ਤਾਂ ਇਲਾਜ ਕਰ ਰਿਹਾ। ਫਗਵਾੜੇ ਦੇ ਵਿੱਚ ਜਿਹੜੀ ਮੈਂ ਐਲੀਵੇਟਡ ਪੁਲ ਦੀ ਗੱਲ ਕਰਦਾ, ਇੱਥੇ ਮਿੱਟੀ ਵਾਲਾ ਪੁਲ ਬਣਨ ਲੱਗਾ ਸੀਗਾ, ਸਾਰੇ ਸ਼ਹਿਰ ਨੇ ਰੌਲਾ ਪਾਇਆ, 2 ਭਾਗਾਂ 'ਚ ਵੰਡ ਹੋਣ ਲੱਗਾ ਸੀ। ਮੈਂ ਕੱਲੀ ਦੁਕਾਨ ਤੇ ਜਾ ਕੇ 1500 ਲੋਕਾਂ ਦੇ ਕੋਲੋਂ ਸਾਈਨ ਕਰਾ ਕੇ ਵਿਦ ਫੋਨ ਨੰਬਰ ਜਾ ਕੇ ਇੱਥੇ ਜਾ ਕੇ ਧਰਨਾ ਲਾਇਆ। ਅਸੀਂ 2 ਸਾਲ ਲੜਾਈ ਲੜੀ, ਉਸ ਤੋਂ ਬਾਅਦ ਵਿੱਚ ਦੁਬਾਰਾ ਨਕਸ਼ਾ ਬਣਿਆ ਤਾਂ ਐਲੀਵੇਟਡ ਪੁਲ ਬਣਿਆ। ਕੱਲਾ ਵਰਗ ਜਿਹੜਾ ਹੈਗਾ, ਕੱਲੇ ਵਰਗ ਤੋਂ ਜਾ ਕੇ ਪੁੱਛ ਲਓ। ਅੱਜ ਪੌਣੇ 2 ਸਾਲ ਕਰੋਨਾ ਦਾ ਦੌਰ ਚੱਲਿਆ ਹੈਗਾ। 23 ਮਾਰਚ 2020 ਨੂੰ ਜਿਹੜਾ ਇਹ ਇੱਥੇ ਲੋਕਡਾਊਨ ਲੱਗਾ ਸੀ ਪੰਜਾਬ ਦੇ ਵਿੱਚ, ਔਰ ਆਪਾਂ ਸਾਰਿਆਂ ਨੇ ਦੇਖਿਆ, ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ, ਬੰਦ ਪਏ ਸਕੂਲਾਂ ਦੀਆਂ ਫੀਸਾਂ ਸਾਡੇ ਕੋਲੋਂ ਵਸੂਲੀਆਂ ਗਈਆਂ ਆਨਲਾਈਨ ਪੜ੍ਹਾਈ ਦੇ ਨਾਮ ਦੇ ਉੱਤੇ। ਫਗਵਾੜੇ ਦੇ ਵਿੱਚ ਪਿਛਲੇ ਪੌਣੇ 2 ਸਾਲ ਤੋਂ ਮੈਂ ਕੱਲੇ ਪ੍ਰਾਈਵੇਟ ਸਕੂਲ ਦੇ ਖਿਲਾਫ ਲੜਾਈ ਲੜ ਰਿਹਾ। ਚੁਣਿਆ ਹੋਇਆ ਐਮਐਲਏ ਕਿਉਂ ਨਹੀਂ ਬੋਲਿਆ? ਚੁਣਿਆ ਹੋਇਆ ਮੈਂਬਰ ਆਫ ਪਾਰਲੀਮੈਂਟ ਕਿਉਂ ਨਹੀਂ ਬੋਲਿਆ? ਕਿਉਂਕਿ ਮੂੰਹ ਖਾਵੇ ਤੇ ਅੱਖ ਸ਼ਰਮਾਵੇ। ਇਹ ਸਿਆਣੇ ਕਹਿੰਦੇ ਹੁੰਦੇ ਆ, ਜਦੋਂ ਕਿਸੇ ਦਾ ਸਹਾਰਾ ਆਉਂਦਾ, ਇਸ਼ਾਰਾ ਵੀ ਨਾਲੇ ਆ ਜਾਂਦਾ। ਇਹ ਵੱਡੇ ਘਰਾਣਿਆਂ ਦੇ ਕੋਲੋਂ ਪੈਸਾ ਲੈ ਕੇ ਜਦੋਂ ਇਲੈਕਸ਼ਨ ਲੜਦੇ ਆ, ਫਿਰ ਮੂੰਹ ਇਸੇ ਕਰਕੇ ਨਹੀਂ ਲੋਕਾਂ ਦੇ ਲਈ ਖੋਲਦੇ, ਇਸੇ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੇ ਆ। ਇਸ ਕਰਕੇ ਮੈਂ ਤਾਂ ਇਸ ਹਲਕੇ ਦੇ ਲਈ ਉਹਨਾਂ ਦਾ ਬੱਚਾ, ਇਹਨਾਂ ਦਾ ਭਰਾ ਆ, ਔਰ ਮੈਂ ਲਗਾਤਾਰ ਲੱਗਾ ਹੋਇਆ।
ਸੋਮ ਪ੍ਰਕਾਸ਼ ਇੱਥੋਂ ਐਮਐਲਏ ਵੀ ਰਹੇ ਆ, ਉਦੋਂ ਅਕਾਲੀ ਦਲ ਦੀ ਬੀਜੇਪੀ ਦੀ ਸਰਕਾਰ ਵੀ ਸੀ, ਉਸ ਤੋਂ ਬਾਅਦ ਕੇਂਦਰੀ ਮੰਤਰੀ ਉਹ ਬਣਦੇ ਨੇ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਤਾਂ ਤੁਹਾਡੇ ਕਹਿਣ ਦਾ ਭਾਵ ਉਹਨਾਂ ਨੇ ਹਲਕੇ ਲਈ ਕੁਝ ਕੀਤਾ ਨਹੀਂ? ਨਹੀਂ, ਮੈਂ ਤਾਂ ਇਹ ਗੱਲ ਕਹਿੰਦਾ ਵੀ ਸਾਡੀਆਂ ਬੇਸਿਕ ਜ਼ਰੂਰਤਾਂ ਕੀ ਆ। ਸਾਡੀਆਂ ਬੇਸਿਕ ਜ਼ਰੂਰਤਾਂ, ਸਾਡਾ ਸਰਮਾਇਆ ਕੀ ਆ? ਸਾਡੇ ਬੱਚੇ ਆ ਨਾ। ਅਸੀਂ ਕੋਈ ਵੱਡੀਆਂ ਮਿੱਲਾਂ ਦੇ ਮਾਲਕ ਨਹੀਂ ਹੈਗੇ, ਅਸੀਂ ਵੱਡੀਆਂ ਜ਼ਗੀਰਾਂ ਦੇ ਮਾਲਕ ਨਹੀਂ ਹੈਗੇ, ਵੱਡੇ ਕਾਰਪੋਰੇਟ ਘਰਾਣਿਆਂ ਦੇ ਵਿੱਚੋਂ ਨਹੀਂ ਹੈਗੇ। ਸਾਡਾ ਸਰਮਾਇਆ ਸਾਡੇ ਬੱਚੇ ਆ, ਤੇ ਸਾਡੇ ਬੱਚਿਆਂ ਨੂੰ ਬੇਸਿਕ ਚੀਜ਼ ਕੀ ਚਾਹੀਦੀ ਆ? ਸਾਡੇ ਬੱਚਿਆਂ ਨੂੰ ਬੇਸਿਕ ਚੀਜ਼ ਚਾਹੀਦੀ ਆ, ਸਭ ਤੋਂ ਪਹਿਲਾਂ ਪੜ੍ਹਾਈ ਚਾਹੀਦੀ ਆ। ਸੋਮ ਪ੍ਰਕਾਸ਼ 7.5 ਸਾਲ ਐਮਐਲਏ ਰਿਹਾ, ਕੈਬਨਿਟ ਦੇ ਵਿੱਚ ਸਰਕਾਰ ਦੇ ਵਿੱਚ ਉਹ ਸੀਪੀਐਸ ਰਿਹਾ, ਠੀਕ ਹੈ, ਸਰਕਾਰ ਉਹਨਾਂ ਦੀ ਰਹੀ ਹੈ। ਲੇਕਿਨ ਅੱਜ ਤੱਕ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਘਾਟ ਨਹੀਂ ਪੂਰੀ ਹੋਈ। ਮੈਂ ਕੱਲੇ ਸਰਕਾਰੀ ਸਕੂਲ ਦਾ ਸਰਵੇ ਕੀਤਾ ਔਨ ਰਿਕਾਰਡ। ਜੇ ਤੁਸੀਂ ਇਹ ਦੇਖੋਗੇ ਨਾ, ਤੁਹਾਡੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ, ਮੇਰੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ। 165 ਸਕੂਲ ਆ ਫਗਵਾੜੇ ਦੇ ਵਿੱਚ ਸਰਕਾਰੀ, ਜਿਹਦੇ ਵਿੱਚ ਪ੍ਰਾਇਮਰੀ ਵੀ ਆ, ਜਿਹਦੇ ਵਿੱਚ ਮਿਡਲ ਵੀ ਆ, ਹਾਈ ਵੀ ਆ, ਔਰ ਸੀਨੀਅਰ ਸੈਕੰਡਰੀ ਵੀ ਆ। 165 ਸਕੂਲਾਂ ਦੇ ਵਿੱਚੋਂ ਜੇ ਮੈਂ ਤੁਹਾਨੂੰ ਹਾਲ ਦੱਸਾਂ, 40 ਸਕੂਲ ਫਗਵਾੜੇ ਦੇ ਵਿੱਚ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਟੀਚਰ ਆ। ਇਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਿਹਾ? ਸਾਡੇ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਨੇ ਆ, ਉੱਥੇ ਟੀਚਰ ਹੈ ਨਹੀਂ। 40 ਸਕੂਲਾਂ ਦੇ ਵਿੱਚ ਜਿਹੜੇ ਇੱਕ ਟੀਚਰ ਆ, ਮੈਂ ਇੱਕ ਟੀਚਰ ਨੂੰ ਨਾ ਟੀਚਰ ਕਹਿੰਦਾ, ਕਿਉਂਕਿ ਟੀਚਰ ਨੂੰ ਕੀ ਕਿਹਾ ਆ ਵੀ ਤੂੰ ਮਿਡ ਡੇ ਮੀਲ ਤਿਆਰ ਕਰਨੀ ਆ, ਨਿਆਣਿਆਂ ਨੂੰ ਖਾਣਾ ਖਿਲਾਉਣਾ। ਜਾਂ ਟੀਚਰ 4 ਦਿਨ ਨਾ ਪੜਾਵੇ, ਕੋਈ ਇਨਕੁਆਰੀ ਨਹੀਂ ਖੁੱਲਦੀ। ਜੇ ਇੱਕ ਦਿਨ ਖਾਣਾ ਨਾ ਖਿਲਾਵੇ ਤਾਂ ਸਰਕਾਰ ਇਨਕੁਆਰੀ ਖੋਲ ਦਿੰਦੀ ਆ। ਤੁਹਾਡੀ ਪਾਰਟੀ ਦਾ ਏਜੰਡਾ ਕੀ ਆ? ਤੁਹਾਡੀ ਪਾਰਟੀ ਆ ਸਾਰੀਆਂ ਸਮੱਸਿਆਵਾਂ ਦਾ ਹੱਲ ਕੀ ਆ ਤੁਹਾਡੀ ਪਾਰਟੀ ਕੋਲ? ਦੇਖੋ, ਮੇਰੇ ਕੋਲ ਤਾਂ ਸਮੱਸਿਆਵਾਂ ਦੇ ਹੱਲ ਦੀ ਗੱਲ ਜਿਹੜੀ ਕਰਦੇ, ਮੈਂ ਆਪਣਾ ਏਜੰਡਾ ਬਿਲਕੁਲ ਸਾਫ਼ ਤੇ ਸਪਸ਼ਟ ਰੱਖਿਆ ਹੋਇਆ ਆ। ਸਾਡੇ ਕੋਲ ਬੇਸਿਕ ਚੀਜ਼ਾਂ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਚੱਲ ਤੈਨੂੰ ਦਾਣੇ ਵਾਲਾ ਕਾਰਡ ਬਣਾ ਦੂੰਗਾ, ਮੈਨੂੰ ਵੋਟ ਪਾ ਦੇਈਂ। ਦਾਣੇ ਵਾਲੇ ਕਾਰਡ ਕੀ ਹੈਗੇ ਆ? ਜਦ ਤੁਸੀਂ ਇਤਿਹਾਸ ਫਰੋਲ ਕੇ ਦੇਖੋ, ਅੱਜ ਤੋਂ 45 ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਕਿਹਾ, ਲੋਕਾਂ ਨੂੰ ਲਾਰਾ ਲਾਇਆ ਵੀ ਤੁਹਾਡੇ ਕਾਰਡ ਬਣਾਉਂਦੇ ਆ, ਤੁਹਾਡੀ ਗਰੀਬੀ ਘੱਟ ਹੋ ਜਾਊਗੀ, ਤੁਹਾਡੇ ਦਿਨ ਬਦਲ ਜਾਣਗੇ। ਉਸ ਵੇਲੇ ਪੀਲੇ ਕਾਰਡ ਬਣੇ ਸੀਗੇ। ਜਦੋਂ ਪੀਲੇ ਕਾਰਡ ਬਣੇ ਸੀ, ਹਾਲਾਤ ਨਹੀਂ ਨਾ ਬਦਲੇ। ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਤੁਹਾਡੇ ਹੁਣ ਹਾਲਾਤ ਬਦਲਨੇ, ਹਰੇ ਕਾਰਡ ਬਣਾਤੇ, ਜਿਹਨੂੰ ਆਪਾਂ ਰਾਸ਼ਨ ਕਾਰਡ ਕਹਿੰਦੇ ਹੁੰਦੇ ਸੀ, ਜਿੱਤੇ ਮਿੱਟੀ ਦਾ ਤੇਲ ਤੇ ਖੰਡ ਮਿਲਦੀ ਹੁੰਦੀ ਸੀਗੀ। ਉਹ ਕਾਰਡ ਬਣ ਗਏ, ਫੇਰ ਨਹੀਂ ਰੰਗ ਬਦਲਿਆ, ਫੇਰ ਹਾਲਾਤ ਨਹੀਂ ਬਦਲੇ। ਉਸ ਤੋਂ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਆ ਗਿਆ, ਉਹਨੇ ਕਿਹਾ ਵੀ ਤੁਹਾਨੂੰ ਮੈਂ ਨੀਲੇ ਕਾਰਡ ਬਣਾਉਣਾ, ਉਹਨੇ ਨੀਲੇ ਬਣਾਤੇ ਆ। ਬਈ ਕਾਰਡਾਂ ਦੇ ਰੰਗ ਨਾਲ ਹਾਲਾਤ ਥੋੜੀ ਬਦਲਨੇ ਆ। ਸਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ, ਸਾਨੂੰ ਦਾਣਿਆਂ ਨਹੀਂ ਚਾਹੀਦੇ, ਸਾਨੂੰ ਚਾਹੀਦੇ ਸਾਡੇ ਬੱਚਿਆਂ ਲਈ ਪੜ੍ਹਾਈ, ਸਾਨੂੰ ਚਾਹੀਦਾ ਇੱਥੇ ਸਰਕਾਰੀ ਕਾਲਜ, ਸਾਨੂੰ ਚਾਹੀਦੇ ਹਸਪਤਾਲਾਂ ਦੇ ਵਿੱਚ ਇਲਾਜ। ਮੈਂ ਇਹ ਲੋਕਾਂ ਦੇ ਨਾਲ ਵਾਅਦਾ ਕੀਤਾ, ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕੀ ਹੋਣਾ। ਮੈਂ ਇੱਕ ਗੱਲ ਫਗਵਾੜੇ ਦੇ ਲੋਕਾਂ ਦੇ ਨਾਲ ਠੋਕ ਕੇ ਕਰਦਾ, ਵਾਅਦਾ ਕਰਦਾ ਇਸ ਗੱਲ ਦਾ ਕਿ ਜੇ ਤੁਸੀਂ ਮੈਨੂੰ ਵਿਧਾਨ ਸਭਾ ਦੇ ਵਿੱਚ ਪਹੁੰਚਾਤਾ ਨਾ, ਫਗਵਾੜੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦੂੰਗਾ। ਪੰਜਾਬ ਦੇ ਵਿੱਚ ਜੋ ਮਰਜ਼ੀ ਹੋਵੇ, ਫਗਵਾੜੇ ਦੇ ਸਿਵਲ ਹਸਪੀਟਲ ਨੂੰ ਮਲਟੀ ਸਪੈਸ਼ਲਿਸਟ ਬਣਾ ਕੇ ਦਿਖਾ ਲਾਂਗੇ, ਫਗਵਾੜੇ ਦੇ ਵਿੱਚ ਗਵਰਨਮੈਂਟ ਕਾਲਜ ਲੈ ਕੇ ਆਉਂਗਾ। ਇਹ ਸਾਡੀਆਂ ਬੇਸਿਕ ਜ਼ਰੂਰਤਾਂ ਆ। ਸਾਡੀਆਂ ਜ਼ਰੂਰਤਾਂ ਦਾਣੇ ਨਹੀਂ ਹੈਗੇ। ਸਾਡੀਆਂ ਤੁਹਾਡੀ ਪਾਰਟੀ ਦੀ ਮੈਂ ਗੱਲ ਕਰਾਂ, ਲੋਕ ਇਨਸਾਫ ਪਾਰਟੀ ਦੀ, ਕਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਕਦੇ ਉਹ ਇੱਕ ਫਰੰਟ ਬਣ ਜਾਂਦਾ ਸਾਂਝਾ, ਸੁਖਪਾਲ ਖਹਿਰਾ ਦੇ ਨਾਲ ਮਿਲ ਕੇ, ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਦੇ ਹੋ, ਤੇ ਇਸ ਵਾਰ ਕਹਿੰਦੇ ਸਮਝੌਤਾ ਬੀਜੇਪੀ ਦੇ ਨਾਲ ਹੁੰਦਾ ਰਹਿ ਗਿਆ। ਤਾਂ ਤੁਹਾਡੀ ਪਾਰਟੀ ਤੋਂ ਕਿਉਂ ਯਕੀਨ ਕਰੋਗੇ ਕਦੇ ਕਿੱਧਰ ਕਦੇ ਕਿੱਧਰ? ਨਹੀਂ, ਸ਼੍ਰੋਮਣੀ ਅਕਾਲੀ ਦਲ ਨਾਲ ਤਾਂ ਸਮਝੌਤਾ ਹੋਇਆ ਨਹੀਂ ਪਾਰਟੀ ਦਾ। ਨਹੀਂ, ਉਹ ਤਾਂ ਇਦਾਂ ਤਾਂ ਬੈਕਗ੍ਰਾਉਂਡ ਕਿਸੇ ਨਾ ਕਿਸੇ ਪਾਰਟੀ 'ਚ ਹੁੰਦਾ ਹੀ ਆ। ਜਦੋਂ ਉੱਥੇ ਉਹਨਾਂ ਨੂੰ ਨਹੀਂ ਚੰਗਾ ਲੱਗਾ, ਤਦੇ ਉਹਨਾਂ ਨੇ ਪਾਰਟੀ ਖੜੀ ਕੀਤੀ ਆ ਨਾ। ਜੇ ਸਿਸਟਮ ਚੰਗਾ ਹੁੰਦਾ ਤਾਂ ਸ਼ਾਇਦ ਉਸੇ ਪਾਰਟੀ 'ਚ ਰਹਿੰਦੇ। ਉਹਨਾਂ ਨਾਲ ਹੋਇਆ ਨਹੀਂ, ਬੀਜੇਪੀ ਨਾਲ ਹੋਇਆ ਨਹੀਂ। ਲੋਕ ਇਨਸਾਫ ਪਾਰਟੀ ਦਾ ਸਮਝੌਤਾ 17 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਹੋਇਆ ਸੀ। ਇੱਕ ਵਿਚਾਰਧਾਰਕ ਸਮਝੌਤਾ ਸੀਗਾ। ਉਹ ਵਿਚਾਰਧਾਰਕ ਸਮਝੌਤਾ ਜਿਹੜਾ ਕਿਸੇ ਕਾਰਨਾਂ ਕਰਕੇ ਟੁੱਟ ਗਿਆ। ਲੇਕਿਨ ਅੱਜ ਵੀ ਅਸੀਂ ਖੜੇ ਆ, ਇੱਕ ਸਾਡੀ ਸਾਫ਼ ਔਰ ਸਪਸ਼ਟ ਗੱਲ ਹੈਗੀ ਆ ਕਿ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਹੇ ਆ। ਪੰਜਾਬ ਦੇ ਹਿੱਤਾਂ ਨੂੰ ਛਿੱਕੇ ਟਾਂਕੇ ਕਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਇਸ ਕਰਕੇ ਅੱਜ ਅਸੀਂ ਉੱਥੇ ਉਸ ਗੱਲ ਦੇ ਉੱਤੇ ਖੜੇ। ਬੀਜੇਪੀ ਦੇ ਨਾਲ ਸਮਝੌਤਾ ਹੁੰਦਾ ਰਹਿ ਗਿਆ, ਇਸ ਵਾਰ ਕਿੱਥੇ ਟੁੱਟ ਗਿਆ? ਕੀ ਗੱਲ ਹੋ ਗਈ? ਨਹੀਂ, ਮੈਂ ਬੀਜੇਪੀ ਨਾਲ ਠੀਕ ਹੈ, ਹੋ ਸਕਦਾ ਗੱਲ ਚੱਲੀ ਸੀਗੀ, ਉਹ ਵੀ ਮੀਡੀਆ ਦੇ ਜ਼ਰੀਏ ਵੀ ਸੀਗੀ। ਜਿੱਦਣ ਸਾਡੇ ਨਾਲ ਮੀਟਿੰਗ ਦੇ ਵਿੱਚ ਗੱਲ ਹੋਈ, ਮੈਂ ਬੜੀ ਸਾਫ਼ ਤੇ ਸਪਸ਼ਟ ਗੱਲ ਕਰਦਾ, ਮੈਂ ਕਦੀ ਕਿਸੇ ਕੋਲੋਂ ਪਰਦਾ ਨਹੀਂ ਕੋ ਰੱਖਿਆ। ਜਦੋਂ ਗੱਲ ਹੋਈ ਸੀ, ਆਪਾਂ ਆਪਣੀ ਰਾਏ ਜਿਹੜੀ ਆ ਉਹ ਪ੍ਰਧਾਨ ਜੀ ਨੂੰ ਦੇ ਦਿੱਤੀ ਸੀ, ਪਾਰਟੀ ਦੀ ਮੀਟਿੰਗ ਦੇ ਵਿੱਚ ਰੱਖ ਦਿੱਤੀ ਸੀ। ਔਰ ਉਹ ਜਿਹੜੀ ਹੈਗੀ ਆ ਰਾਏ, ਔਰ ਉਸ ਤੋਂ ਬਾਅਦ ਵਿੱਚ ਸਮਝੌਤਾ ਨਹੀਂ ਹੋਇਆ। ਠੀਕ ਹੈ, ਤੁਸੀਂ ਵਿਰੋਧ ਕੀਤਾ ਸੀ ਬੀਜੇਪੀ ਦੇ ਨਾਲ ਸਮਝੌਤੇ ਦਾ? ਬਿਲਕੁਲ ਕੀਤਾ ਸੀ, ਮੈਂ ਬਿਲਕੁਲ ਕੀਤਾ ਸੀ। ਔਰ ਇਹ ਗੱਲ ਜਿਹੜੀ ਹੈਗੀ ਆ ਸਾਹਮਣੇ ਵੀ ਆਈ ਸਾਰਿਆਂ ਦੇ। ਹਾਂਜੀ। ਅੱਛਾ, ਤੇ ਦੂਜਾ, ਤੁਹਾਡੀ ਪਾਰਟੀ ਦੇ ਪ੍ਰਧਾਨ ਤੇ ਇਲਜ਼ਾਮ ਬਹੁਤ ਗੰਭੀਰ ਨੇ, ਤੇ ਵਿਰੋਧੀ ਬਲਾਤਕਾਰੀ ਪਾਰਟੀ ਕਹਿੰਦੇ ਨੇ। ਉਹਨਾਂ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਿਵੇਂ ਕਰੋਗੇ? ਦੇਖੋ, ਇਲਜ਼ਾਮ ਜਿਹੜੇ ਲਾਉਣੇ ਤੇ ਇਲਜ਼ਾਮ ਸਾਬਤ ਕਰਨੇ ਦੋਨੇ ਅਲੱਗ-ਅਲੱਗ ਪਾਰਟ ਹੈਗੇ ਆ। ਇਲਜ਼ਾਮ ਲਾਉਣਾ ਬੜਾ ਆਸਾਨ ਆ, ਇਲਜ਼ਾਮਾਂ ਨੂੰ ਸਾਬਤ ਕਰਨਾ ਬੜਾ ਮੁਸ਼ਕਿਲ ਆ। 2 ਬੀਬੀਆਂ ਦੇ ਕੋਲੋਂ ਇਹਨਾਂ ਨੇ ਇਲਜ਼ਾਮ ਲਾਏ ਸੀ। ਇੱਕ ਬੀਬੀ ਤਾਂ ਦੱਸ ਗਈ ਸਾਰਾ ਕੁਝ। ਇੱਕ ਬੀਬੀ ਨੇ ਤਾਂ ਦੱਸਤਾ ਨਾ ਵੀ ਕਮਲਜੀਤ ਕੜਵਲ ਤੇ ਜਿਹੜਾ ਉਹ ਢਾਂਡਾ, ਇਹਨਾਂ ਦੇ ਕੀਤੇ ਕਰਾਏ ਸਾਰੇ ਕਾਰਨਾਮੇ ਹੈਗੇ ਆ। ਦੂਜੀ ਵੀ ਦੱਸ ਦਊਗੀ। ਬਾਕੀ ਕੋਰਟ ਹੈਗਾ, ਕੋਰਟ ਦੇ ਵਿੱਚ ਮੈਟਰ ਚੱਲਦਾ ਪਿਆ। ਮੈਂ ਉਸ ਪ੍ਰਕਿਰਿਆ ਦੇ ਵਿੱਚ ਕੋਈ ਦਖਲਅੰਦਾਜ਼ੀ ਦੇਣਾ ਨਹੀਂ ਚਾਹੁੰਦਾ। ਲੇਕਿਨ ਜੇ ਇਲਜ਼ਾਮਾਂ ਦੀ ਆਪਾਂ ਗੱਲ ਕਰੀਏ, ਇੱਥੇ ਤਾਂ ਇਲਜ਼ਾਮ ਹੀ ਲੱਗੇ ਆ। ਇੱਥੇ ਤਾਂ ਇਲਜ਼ਾਮ ਲਾਏ ਨਾ ਇੱਕ ਬੀਬੀ ਨੇ। ਲੇਕਿਨ ਇਹਨਾਂ ਦੇ ਜਿਹੜੇ ਲੀਡਰ, ਜਿਹੜੇ ਇਹਨਾਂ ਲੋਕਾਂ ਦੇ ਲੀਡਰ, ਅਕਾਲੀ ਦਲ ਅੱਜ ਜਿਹੜਾ ਸਭ ਤੋਂ ਵੱਧ ਜਿਹਨੇ ਢੰਡੋਰਾ ਇਸ ਗੱਲ ਦਾ ਪਿੱਟਿਆ ਹੋਇਆ ਸੀਗਾ, ਅਕਾਲੀ ਦਲ ਦੇ ਉਹ ਲੀਡਰ। ਰਾਣੇ ਨੂੰ ਤੁਸੀਂ ਅੰਮ੍ਰਿਤਸਰ ਦੇ ਵਿੱਚ ਦੇਖਿਆ, ਥਾਣੇਦਾਰ ਦੀ ਕੁੜੀ ਨਾਲ ਛੇੜਖਾਨੀ ਕਰਦਾ। ਜਦੋਂ ਇੱਕ ਥਾਣੇਦਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਥਾਣੇਦਾਰ ਮਾਰ ਦਿੱਤਾ। ਤੁਸੀਂ ਦੇਖਿਆ ਉਹ ਟਾਂਕ ਵਾਲਾ
ਕਾਂਡ ਜਦੋਂ ਇਹਨਾਂ ਦੇ ਕਰਿੰਦਿਆਂ ਨੇ ਇੱਕ ਨੌਜਵਾਨ ਇੱਕ ਬਾਪ ਦੀ ਹੱਥ ਵੀ ਵੱਢ ਦਿੱਤੇ ਤੇ ਪੈਰ ਵੀ ਵੱਢ ਦਿੱਤੇ, ਇੱਕ 6 ਫੁੱਟ ਦਾ ਬੰਦਾ ਇਹਨਾਂ ਨੇ 4 ਫੁੱਟ ਦਾ ਕਰ ਦਿੱਤਾ। ਇਹ ਕਰਤੂਤ ਹੈ ਇਹਨਾਂ ਲੋਕਾਂ ਦੀ। ਇਸ ਕਰਕੇ ਇਹ ਨਹੀਂ, ਇਦਾਂ ਨਹੀਂ ਹੈਗਾ। ਜੇ ਇਲਜ਼ਾਮਾਂ ਦੀ ਗੱਲ ਕਰਦੇ ਆ ਤਾਂ ਮੈਂ ਇਹ ਗੱਲ ਓਪਨ ਕਹਿਣਾ, ਪਾਰਟੀਆਂ ਦੇ ਮਾਧਿਅਮ ਜਿਹੜੇ ਇਹ ਪਾਰਟੀਆਂ ਹੈਗੀਆਂ 25 ਸਾਲ ਦਾ ਰਿਕਾਰਡ ਚੈੱਕ ਕਰ ਲਿਓ। 1997 ਦੇ ਵਿੱਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਆ। 1997 ਤੋਂ ਲੈ ਕੇ 2022 ਆ ਗਿਆ। 25 ਸਾਲਾਂ ਦੇ ਰਿਕਾਰਡ ਦੇ ਵਿੱਚ ਅੱਜ ਤੱਕ ਸਰਕਾਰ ਇਹ ਗੱਲ ਨਹੀਂ ਦੱਸ ਸਕੀ ਸਰਕਾਰ ਵੀ ਬਾਦਲਾਂ ਦੀਆਂ ਬੱਸਾਂ ਕਿੰਨੀਆਂ ਤੇ ਬਾਦਲਾਂ ਦੀ ਟਰਾਂਸਪੋਰਟ ਕਿੰਨੀ ਆ। ਪੰਜਾਬ ਦੇ ਲੋਕ ਜਿਹੜੇ ਆ ਉਹ ਕਰਜ਼ਾਈ ਆ। ਪੰਜਾਬ 3.25 ਲੱਖ ਕਰੋੜ ਦਾ ਕਰਜ਼ਾਈ ਆ। ਅੱਜ ਸਾਡਾ ਜੰਮਦਾ ਹੀ ਬੱਚਾ 1,10,000 ਦਾ ਕਰਜ਼ਾਈ ਆ, ਜੰਮਦਾ ਬੱਚਾ ਸਾਡਾ। ਲੇਕਿਨ ਬਾਦਲਾਂ ਦੀ ਜਿਹੜੀ ਟਰਾਂਸਪੋਰਟ ਆ ਉਦੋਂ ਕਹਿੰਦੇ 6 ਬੱਸਾਂ ਹੁੰਦੀਆਂ ਸੀ ਇਹਨਾਂ ਦੇ ਕੋਲ, ਅੱਜ ਕੋਈ 1200 ਕਹੀ ਜਾਂਦਾ, ਕੋਈ 1500 ਕਹੀ ਜਾਂਦਾ, ਕੋਈ 2000 ਕਹੀ ਜਾਂਦਾ। ਮੈਂ ਕਹਿੰਦਾ ਘੱਟ ਤੋਂ ਘੱਟ ਹੀ ਰੱਖੋ, ਤੁਸੀਂ 1200 ਹੀ ਰੱਖੋ। 25 ਸਾਲਾਂ 'ਚ 1200 ਬੱਸ, ਜਾਣੀ 1 ਸਾਲ ਦੀਆਂ 50 ਬੱਸਾਂ। 1 ਸਾਲ ਦੀਆਂ 50 ਬੱਸਾਂ ਮਤਲਬ ਮਹੀਨੇ ਦੀਆਂ 4, ਮਹੀਨੇ ਦੀਆਂ 4 ਮਤਲਬ ਹਫ਼ਤੇ ਦੀ 1। ਕਿੰਨੀ ਕਮਾਈ ਹੋਊਗੀ ਜੀ? ਦੱਸੋ ਕਿੱਥੋਂ ਆਈਆਂ? ਇਹ ਦੱਸਣ ਤਾਂ ਸਹੀ। ਇਹ ਇਲਜ਼ਾਮ ਨਹੀਂ, ਇਹ ਤਾਂ ਹਕੀਕਤ ਹੈ। ਇਹ ਤਾਂ ਸਰਕਾਰ ਕਹਿ ਰਹੀ ਹੈ। ਲੇਕਿਨ ਕਿਉਂ ਹੋ ਰਿਹਾ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੋ ਰਿਹਾ। ਕਾਂਗਰਸ ਪਾਰਟੀ ਦੇ ਉੱਤੇ ਇਲਜ਼ਾਮ ਆਪਾਂ ਕਿਉਂ ਨਹੀਂ ਕਹਿੰਦੇ ਵੀ ਇਹ ਕਾਂਗਰਸ ਪਾਰਟੀ ਦਾ ਕੀਤਾ ਕਰਾਇਆ ਹੈਗਾ। ਦੇਸ਼ ਦੇ ਅੰਦਰ 74 ਸਾਲਾਂ ਦੀ ਆਜ਼ਾਦੀ ਦੇ ਵਿੱਚ 50 ਸਾਲ ਤੱਕ ਕਾਂਗਰਸ ਨੇ ਰਾਜ ਕੀਤਾ। ਆ ਭ੍ਰਿਸ਼ਟ ਸਿਸਟਮ ਲਿਆਂਦਾ ਕਿਹਨੇ ਆ? ਆ ਭ੍ਰਿਸ਼ਟ ਸਿਸਟਮ ਦੀ ਮਾਂ ਕੌਣ ਆ, ਜਨਨੀ ਕੌਣ ਆ? ਕਾਂਗਰਸ ਪਾਰਟੀ ਆ। ਜੇ ਅੱਜ ਇਹ ਦੇਸ਼ ਜਿਹੜਾ ਹੈਗਾ ਅੱਜ ਇਸ ਹਾਲਾਤਾਂ ਦੇ ਵਿੱਚ ਗੁਜ਼ਰਿਆ, ਉਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰ ਜਿਹੜੀ ਜਮਾਤ ਆ ਉਹ ਕਾਂਗਰਸ ਜਮਾਤ ਆ। ਇਸ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਲੋਕ ਅੱਜ ਜਿਹੜੇ ਤੁਹਾਡੇ ਵਰਗੇ ਸਤਿਕਾਰਯੋਗ ਚੈਨਲਾਂ ਵਾਲੇ ਜਿਹੜੇ ਸਾਥੀ ਹੈਗੇ ਆ, ਇਹ ਸਾਡੇ ਲਈ ਵਰਦਾਨ ਸਾਬਤ ਹੋਏ ਆ। ਨਹੀਂ ਤਾਂ ਇਹਨਾਂ ਲੋਕਾਂ ਨੇ ਤਾਂ ਸਾਨੂੰ ਜੋ ਪਰੋਸ ਕੇ ਦਿੰਦੇ ਸੀਗੇ ਅਸੀਂ ਉਹੀ ਛਕ ਜਾਂਦੇ। ਅਸੀਂ ਕਹਿੰਦੇ ਖਰੇ ਉਹੀ ਸੱਚ ਆ। ਅੱਗੇ ਜਲੰਧਰ ਦੂਰਦਰਸ਼ਨ ਤੋਂ ਅਸੀਂ ਜਦੋਂ ਛੋਟੇ ਹੁੰਦੇ ਸ਼ਾਮ ਨੂੰ 7 ਵਜੇ ਖਬਰਾਂ ਆਉਂਦੀਆਂ ਹੁੰਦੀਆਂ ਸੀ। ਉਹ ਖਬਰਾਂ ਦੇ ਵਿੱਚ ਉਹ ਸੁਣ ਲੈਣਾ, ਕਹਿਣਾ ਉਹ ਠੀਕ ਹੈ। ਫਿਰ 9 ਵਜੇ ਆਉਣੀਆਂ, ਉਹ ਸੁਣ ਲੈਣਾ। ਹੁਣ ਜਿਹੜਾ ਨੈਸ਼ਨਲ ਮੀਡੀਆ, ਜਿਹਨੂੰ ਲੋਕ ਗੋਦੀ ਮੀਡੀਆ ਵੀ ਕਹਿੰਦੇ ਰਹੇ ਆ, ਔਰ ਜਿਸ ਗੋਦੀ ਮੀਡੀਆ ਦੇ ਕਰਕੇ ਤੁਹਾਡੇ ਵਰਗੇ ਚੈਨਲ ਜਿਹੜੇ ਹੋਂਦ ਵਿੱਚ ਆਏ, ਅੱਜ ਤੁਸੀਂ ਲੋਕਾਂ ਲਈ ਵਰਦਾਨ ਸਾਬਤ ਹੋਏ। ਮੈਂ ਤੁਹਾਡਾ ਦਿਲੋਂ ਜਿਹੜਾ ਆ ਰਿਣੀ ਆ ਵੀ ਤੁਸੀਂ ਅੱਜ ਪੰਜਾਬ ਦੀ ਹੋਂਦ ਨੂੰ ਬਚਾ ਲਿਆ। ਜੇ ਤੁਸੀਂ ਨਾ ਹੁੰਦੇ ਪੰਜਾਬ ਦੀ ਹੋਂਦ ਨਾ ਬਚਦੀ। ਨਹੀਂ ਤਾਂ ਇਹਨਾਂ ਲੋਕਾਂ ਨੇ ਤਾਂ ਜੋ ਲੋਕਾਂ ਨੂੰ ਪਰੋਸ ਕੇ ਦੇਣਾ ਸੀ ਉਹੀ ਰਹਿਣਾ ਸੀ। ਅੱਜ ਸੱਚਾਈ ਲੋਕਾਂ ਦੇ ਸਾਹਮਣੇ ਆ ਰਹੀ ਆ। ਅੱਜ ਲੋਕ ਅਵੇਅਰ ਹੋ ਗਏ ਆ। ਅੱਜ ਇਹਨਾਂ ਦੇ ਕਾਰਨਾਮੇ ਜਿਹੜੇ ਆ, ਜੇ ਕੋਈ ਚੰਗਾ ਕੰਮ ਕਰੂਗਾ ਉਹ ਵੀ ਨਹੀਂ ਲੁਕਣਾ, ਲੇਕਿਨ ਲੁਕਣਾ ਮਾੜਾ ਵੀ ਨਹੀਂ। ਇਹਨਾਂ ਨੇ ਜਿਹੜੇ ਮਾੜੇ ਕਰਮ ਕੀਤੇ ਹੋਏ ਆ, ਅੱਜ ਦੇਖ ਲਓ ਤੁਹਾਡੇ ਸਾਹਮਣੇ। ਪੰਜਾਬ ਜਿਹੜਾ ਹੈਗਾ, ਪੰਜਾਬ ਨੂੰ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਸੀਗੇ। ਪੰਜਾਬ ਨੂੰ ਆਪਾਂ 5 ਦਰਿਆਵਾਂ ਦੀ ਧਰਤੀ ਕਹਿੰਦੇ ਸੀ। ਲੇਕਿਨ ਇੱਥੇ ਇਦਾਂ ਦੇ ਹਾਲਾਤ ਪੈਦਾ ਹੋ ਗਏ ਵੀ ਇੱਥੇ ਕਹਿੰਦੇ ਵੀ 6ਵਾਂ ਦਰਿਆ ਨਸ਼ੇ ਦਾ ਵਗਣ ਲੱਗ ਪਿਆ। ਔਰ ਇੱਕ ਤਰਨਤਾਰਨ ਦੀ ਘਟਨਾ ਜਿਹਨੇ ਪੂਰੀ ਦੁਨੀਆ ਹਿਲਾ ਕੇ ਰੱਖਤੀ ਵੀ ਤਰਨਤਾਰਨ ਦੇ ਵਿੱਚ ਇੱਕ ਨੌਜਵਾਨ ਪੁੱਤ ਨਸ਼ੇ ਦੀ ਭੇਂਟ ਚੜ ਗਿਆ ਔਰ ਉਹਦੇ ਬਾਪ ਨੇ ਉਹਦੇ ਕਫਨ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੱਤ ਲਿਖਿਆ ਕਿ ਪੰਜਾਬ ਦੀ ਰੁੜਦੀ ਹੋਈ ਜਵਾਨੀ ਨੂੰ ਬਚਾ ਲਓ। ਇਹ ਪੰਜਾਬ ਦੇ ਮੱਥੇ ਦੇ ਉੱਤੇ ਕਲੰਕ ਸੀ। ਲੇਕਿਨ ਇਹ ਕਲੰਕ ਲਾਇਆ ਕਿਨੇ? ਅੱਜ ਤੋਂ 1.5 ਮਹੀਨਾ ਪਹਿਲਾਂ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਪਰਚਾ ਹੋਇਆ ਨਸ਼ੇ ਦਾ, ਇਹ ਕਹਿੰਦੇ ਆ ਸਾਜ਼ਿਸ਼ ਹੋਈ ਆ। ਸਾਜ਼ਿਸ਼ ਨਹੀਂ ਹੋਈ। 2013 ਦੇ ਵਿੱਚ ਸਰਕਾਰ ਕਿਹਨਾਂ ਦੀ ਸੀ? ਅਕਾਲੀ ਦਲ, ਬੀਜੇਪੀ ਦੀ। ਔਰ ਉਹ ਬੰਦਾ ਡੀਐਸਪੀ ਪੁਲਿਸ ਦਾ ਜਿਹੜਾ ਹੈਗਾ, ਉਹਨੇ ਮੀਡੀਆ ਦੇ ਸਾਹਮਣੇ ਸਟੇਟਮੈਂਟ ਦਿੱਤੀ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਬਿਕਰਮਜੀਤ ਸਿੰਘ ਮਜੀਠੀਏ ਦੀ ਰਹਿਨਮਾਈ ਦੇ ਹੇਠ ਚੱਲ ਰਿਹਾ ਆ। ਉਹਨੇ ਇਹ ਗੱਲ ਕਹੀ ਔਰ 9 ਸਾਲ ਚਾਹੇ ਕੈਪਟਨ ਅਮਰਿੰਦਰ ਸੀ ਤੇ ਚਾਹੇ ਅਕਾਲੀ ਸੀ, ਇਹਨਾਂ ਨੇ ਮਜੀਠੀਏ ਨੂੰ ਬਚਾ ਕੇ ਰੱਖਿਆ 9 ਸਾਲ। ਪਰ ਉਹ ਪਰਿਵਾਰ ਹੁਣ ਕਹਿ ਰਿਹਾ, ਕਹਿੰਦੇ ਜੇ ਸਾਡੇ ਤੇ ਕੋਈ ਕਾਰਵਾਈ ਕਰਨੀ ਸੀ ਤਾਂ ਪਹਿਲਾਂ ਕਰਦੇ। ਵੋਟਾਂ ਦੇ ਨੇੜੇ ਕਿ ਸਿਆਸੀ ਕਾਰਵਾਈ ਕੀਤੀ ਗਈ ਆ। ਤੇ ਨਾਲ ਹੀ ਪਰਿਵਾਰ ਦੀ ਉਹਦੀ ਇਹ ਵੀ ਸਟੇਟਮੈਂਟ ਆ ਕਿ ਜੇ ਅਸੀਂ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਏ ਤਾਂ ਸਾਡਾ ਕੱਖ ਨਾ ਰਹੇ। ਇਹ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਵੀ ਜੇ ਮੇਰੇ ਭਰਾ ਨੇ ਨਸ਼ਾ ਵੇਚਿਆ ਹੋਵੇ ਤਾਂ ਉਹਦਾ ਕੱਖ ਨਾ ਰਹੇ। ਉਹਨੇ ਇਹ ਨਹੀਂ ਗੱਲ ਕਹੀ ਵੀ ਜੇ ਮੇਰੇ ਭਰਾ ਨੇ ਨਸ਼ਾ ਵਿਕਾਇਆ ਹੋਵੇ ਤਾਂ ਉਹਦਾ ਕੱਖ ਨਾ ਰਹੇ। ਰਹਿਨਮਾਈ ਕਿਹਦੀ ਸੀਗੀ? ਲਾਲ ਬੱਤੀਆਂ ਦੇ ਵਿੱਚ ਨਸ਼ਾ ਕੌਣ ਵੇਚਦਾ ਸੀਗਾ? ਮੈਂ ਨਹੀਂ ਕਹਿੰਦਾ। ਇਹਨਾਂ ਦੇ ਵਿੱਚ ਸਰਕਾਰ ਦੇ ਵਿੱਚ ਉਸ ਵੇਲੇ ਬੈਠਾ ਹੋਇਆ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ। ਇਹਨਾਂ ਦੀ ਸਰਕਾਰ ਦਾ ਹਿੱਸਾ ਸੀ ਉਹ। ਮੈਂ ਤਾਂ ਕਹੀ ਨਹੀਂ ਇਹ ਗੱਲ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਜਿਹੜਾ ਇਹਨਾਂ ਦੀ ਸਰਕਾਰ ਦਾ ਹਿੱਸਾ ਸੀਗਾ। ਜੇ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੀ ਆ ਬਈ ਮਜੀਠੀਏ ਦਾ ਕੱਖ ਨਾ ਰਹੇ ਜੇ ਉਹਨੇ ਨਸ਼ਾ ਵੇਚਿਆ ਹੋਵੇ, ਇਹ ਤਾਂ ਇਹ ਵੀ ਗੱਲ ਕਹਿੰਦੇ ਸੀ ਵੀ ਜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਹੋਵੇ ਤਾਂ ਸਾਡਾ ਕੱਖ ਨਾ ਰਹੇ। ਕਿਤੇ ਇਹ ਵੀ ਕਹਿੰਦੇ ਵੀ ਜਿਹਨੇ ਕਰਵਾਈ ਹੋਵੇ ਉਹਦਾ ਕੱਖ ਨਾ ਰਹੇ। ਕਰਵਾਈ ਕਿਹਨੇ ਸੀ? ਇਹਨਾਂ ਦੀ ਸ਼ਹਿ ਤੇ। ਮੈਂ ਕਹਿੰਦਾ ਅੱਜ ਪੰਜਾਬ ਦੇ ਅੰਦਰ ਜੇ ਆਪਾਂ ਨਸ਼ੇ ਮਾਫੀਏ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦਾ ਨਾਮ ਆਉਂਦਾ। ਜੇ ਰੇਤ ਮਾਫੀਏ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦਾ ਨਾਮ ਆਉਂਦਾ। ਜੇ ਟਰਾਂਸਪੋਰਟ ਮਾਫੀਏ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦਾ ਨਾਮ ਆਉਂਦਾ। ਜੇ ਆਪਾਂ ਕੇਬਲ ਮਾਫੀਆ ਦੀ ਗੱਲ ਕਰਦੇ ਆ ਤਾਂ ਅਕਾਲੀ ਦਲ ਦਾ ਨਾਮ। ਤੁਸੀਂ ਆ ਕੇ ਤਾਂ ਸਾਰੇ ਮਾਫੀਆ ਰੋਕ ਦੋਗੇ। ਮੈਂ ਕਹਾਂ ਜੀ ਇੱਕ ਵਾਰੀ ਲੋਕ ਮੌਕਾ ਤਾਂ ਦੇਣ। ਮੈਂ ਪੰਜਾਬ ਦੀ ਤਾਂ ਗੱਲ ਹੀ ਨਹੀਂ ਕਰਦਾ। ਮੈਂ ਤਾਂ ਇਹ ਗੱਲ ਕਹਿੰਦਾ ਵੀ ਇੱਕ ਵਾਰੀ ਫਗਵਾੜੇ ਦੇ ਵਿੱਚ ਲੋਕ ਮੌਕਾ ਦੇ ਕੇ ਦਿਖਾਲਣ। ਇੱਕ ਵਾਰੀ ਮੌਕਾ ਦੇਣ। ਇਹ ਪੰਜਾਬ ਦਾ ਮੈਂ ਪੁੱਤ ਆ ਔਰ ਮੈਂ ਫਗਵਾੜੇ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਜਿਹੜਾ ਕਰਵਾਇਆ ਹੋਇਆ, ਕਿਉਂਕਿ ਉਹ ਜਾਣਦੇ ਆ ਸਾਰੇ ਹੀ ਕਿ ਅਸੀਂ ਕੀ ਕੁਝ ਕੀਤਾ ਆ। ਮੈਂ ਵਿਧਾਨ ਸਭਾ 'ਚ ਨਹੀਂ ਪਹੁੰਚਿਆ, ਮੇਰੇ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਮਿਲਿਆ।
ਲੇਕਿਨ ਮੈਂ ਸੜਕ ਦੇ ਉੱਤੇ ਕਾਨੂੰਨਾਂ ਦੀ ਰਖਵਾਲੀ ਦੇ ਲਈ ਕਸਰ ਕੋਈ ਨਹੀਂ ਛੱਡੀ। ਇੱਕ ਵਾਰ ਮੈਨੂੰ ਵਿਧਾਨ ਸਭਾ ਦੇ ਵਿੱਚ ਜੇ ਉਹਨਾਂ ਨੇ ਪਹੁੰਚਾ ਦਿੱਤਾ ਨਾ ਤਾਂ ਫਗਵਾੜੇ ਦੇ ਅੰਦਰ ਨੁਹਾਰ ਬਦਲ ਕੇ ਰੱਖ ਦੂੰ, ਦੱਸ ਦੂੰਗਾ ਇੱਕ ਐਮਐਲਏ ਦੀ ਡਿਊਟੀ ਕੀ ਹੁੰਦੀ ਹੈ, ਇੱਕ ਐਮਐਲਏ ਦੀ ਜ਼ਿੰਮੇਵਾਰੀ ਕੀ ਹੁੰਦੀ ਆ। ਇਹ ਤਾਂ ਜਦੋਂ ਪੰਜਾਬੀ ਦੀ ਕਹਾਵਤ ਆ, ਜਾਂ ਰਾਹ ਪਿਆ ਜਾਣੇ ਤੇ ਜਾਂ ਬਾਹ ਪਿਆ ਜਾਣੇ। ਮੈਂ ਫਗਵਾੜੇ ਦੇ ਵਿੱਚ ਜੋ ਕਰਮ ਕੀਤੇ ਹੋਏ ਆ ਉਹਨਾਂ ਕਰਮਾਂ ਦਾ ਨਤੀਜਾ ਆ ਕਿ ਮੈਂ ਸਾਧਨਹੀਣ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੋਇਆ ਆ। ਮੈਂ ਸਾਧਨਹੀਣ ਆ, ਮੈਂ ਲੋਕਾਂ ਨੂੰ ਲਾਲਚ ਨਹੀਂ ਦੇ ਸਕਦਾ, ਮੈਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਾਂ ਨਸ਼ੇ ਦੇ ਜਾਂ ਪੈਸੇ ਦੇ ਲਾਲਚ ਨਹੀਂ ਦਿੰਦਾ। ਮੇਰੇ ਕੰਮ ਆ ਜਿਨ੍ਹਾਂ ਦੇ ਕਰਕੇ ਲੋਕ ਇੰਨਾ ਪਿਆਰ ਕਰਦੇ ਆ। ਤੇ ਅੱਜ ਮੈਂ ਇਹ ਜਿਹੜੇ ਅੱਜ ਇਹਨਾਂ ਦੇ ਤੁਸੀਂ ਨਾਮ ਲਏ ਆ ਨਾ ਵੀ SC/ST ਕਮਿਸ਼ਨ ਦਾ ਭਾਰਤ ਦਾ ਚੇਅਰਮੈਨ, ਇੱਕ ਵੱਡਾ ਚਿਹਰਾ ਆ ਪੰਜਾਬ ਦੇ ਲਈ ਬੀਜੇਪੀ ਦਾ। ਜੇ ਅੱਜ ਤੁਸੀਂ ਨਾਮ ਲੈਂਦੇ ਹੋ ਕਿ ਇੱਕ ਨੈਸ਼ਨਲ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਇੱਕ ਵੱਡਾ ਚਿਹਰਾ ਆ ਪੰਜਾਬ ਦੇ ਲਈ, ਤਾਂ ਅੱਜ ਉਹ ਫਗਵਾੜੇ ਦੇ ਵਿੱਚ ਬੈਠੇ ਜੇ ਜਰਨੈਲ ਨੰਗਲ ਉਹਨਾਂ ਦੇ ਬਰਾਬਰ ਖੜਾ ਨਾ, ਸਿਰਫ ਆਪਣੇ ਕੰਮਾਂ ਕਰਕੇ ਖੜਾ, ਉਦਾਂ ਨਹੀਂ ਖੜਾ। ਮੇਰੇ ਕੋਲ ਪੈਸਾ ਤਾਂ ਹੈ ਹੀ ਨਹੀਂ। ਮੈਂ ਤਾਂ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ, ਤੁਸੀਂ ਜੇ ਚੈਨਲ ਇਦਾਂ ਦੇ ਨਾ ਹੋਣ ਤਾਂ ਮੇਰੀ ਤਾਂ ਕਿਸੇ ਨੇ ਗੱਲ ਵੀ ਨਾ ਸੀ ਕਰਨੀ, ਮੇਰੀ ਕਿਸੇ ਨੇ ਗੱਲ ਵੀ ਨਾ ਸੀ ਕਰਨੀ। ਇਸ ਕਰਕੇ ਇੱਕ ਵਾਰ ਮੌਕਾ ਦੇਣ ਫਗਵਾੜੇ ਦੇ ਲੋਕ, ਇਹਨਾਂ ਲੋਕਾਂ ਨੂੰ ਜਿਹੜੇ ਬਾਹਰੋਂ ਆਏ ਘੁਸਪੈਠੀਏ ਆ ਨਾ, ਜਿਨ੍ਹਾਂ ਨੇ ਇਲੈਕਸ਼ਨ ਲੜ ਕੇ ਇੱਥੋਂ ਚਲੇ ਜਾਣਾ, ਉਹਨਾਂ ਘੁਸਪੈਠੀਆਂ ਨੂੰ ਪੂਰੀ ਧੂੜ ਚਟਾ ਕੇ ਭੇਜਾਂਗੇ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਪੰਜਾਬ ਦੇ ਅੰਦਰ ਇਸ ਸਾਡੇ ਫਗਵਾੜੇ ਦੇ ਅੰਦਰ ਬਿਲਕੁਲ ਜਿਹੜੀ ਨੁਹਾਰ ਹੈਗੀ ਆ ਉਹ ਬਦਲੇਗੀ। ਲੋਕ ਜਿਹੜੇ ਸਮਝਦਾਰ ਆ, ਤੁਹਾਡੇ ਵਰਗੇ ਚੈਨਲਾਂ ਦੇ ਕਰਕੇ ਲੋਕ ਅਵੇਅਰ ਹੋ ਚੁੱਕੇ ਆ। ਪਿਛਲੀ ਵਾਰ ਤੁਸੀਂ ਫਗਵਾੜੇ ਤੋਂ ਆਮ ਆਦਮੀ ਪਾਰਟੀ ਵੱਲੋਂ ਲੜੇ ਸੀ, ਇਸ ਵਾਰ ਜੋਗਿੰਦਰ ਮਾਨ ਲੜ ਰਹੇ ਨੇ ਜਿਹੜੇ ਪਹਿਲਾਂ ਕਾਂਗਰਸ ਤੋਂ ਲੜੇ ਸੀਗੇ, ਤੇ ਹੁਣ ਤੁਹਾਨੂੰ ਲੱਗਦਾ ਵੀ ਇਸ ਦਾ ਤੁਹਾਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ? ਵੀਰਾ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮੈਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਸੀ ਲੜਿਆ। ਮੈਂ ਲੜਿਆ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਵੱਲੋਂ ਸੀਗਾ, ਔਰ ਗੱਠਜੋੜ ਦੇ ਵਿੱਚ ਮੈਨੂੰ ਨਿਸ਼ਾਨ ਝਾੜੂ ਮਿਲ ਗਿਆ। ਮੈਂ ਉਹ ਗੱਲ ਕਰਦਾ ਸੀ, ਝਾੜੂ ਦੇ ਨਿਸ਼ਾਨ ਤੇ ਲੜੇ ਸੀ। ਔਰ ਦੂਸਰੀ ਗੱਲ, ਜਿਹੜਾ ਇਹ ਫਾਇਦੇ ਤੇ ਨੁਕਸਾਨ ਵਾਲੀ ਗੱਲ ਹੈ, ਨੋ ਡਾਊਟ ਇਹਦੇ ਵਿੱਚ ਦੇਖਣਾ ਚਾਹੀਦਾ। ਲੇਕਿਨ ਆਮ ਆਦਮੀ ਪਾਰਟੀ ਇੱਕ ਕਹਿਣਾ ਆਮ ਆਦਮੀ ਤੇ ਇੱਕ ਆਮ ਆਦਮੀ ਪ੍ਰੈਕਟੀਕਲ ਦੇ ਵਿੱਚ ਹੈ ਕੌਣ, ਇਹਦੀ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ। ਵੀ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਹੈਗੇ ਆ ਅਰਵਿੰਦ ਕੇਜਰੀਵਾਲ, ਉਹਨਾਂ ਨੇ ਜਦੋਂ ਪਾਰਟੀ ਬਣਾਈ ਸੀ ਨਾ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਹਮ ਰਾਜਨੀਤੀ ਕਰਨੇ ਨਹੀਂ, ਰਾਜਨੀਤੀ ਬਦਲਨੇ ਆਏ ਹੈ। ਲੋਕਾਂ ਨੇ ਇਸ ਗੱਲ ਤੇ ਯਕੀਨ ਕੀਤਾ। ਪੰਜਾਬੀਆਂ ਨੇ ਤਾਂ ਬਾਹਲਾ ਹੀ ਕਰ ਲਿਆ। ਉਹਨਾਂ ਨੇ ਪਹਿਲੀ ਵਾਰ 'ਚ 4 MP ਬਣਾਤੇ, ਇਹਨਾਂ ਦੇ ਬਾਹਲਾ ਹੀ ਯਕੀਨ ਕਰ ਲਿਆ। ਹੁਣ ਹੋਇਆ ਕੀ ਹੈ ਕਿ ਹੁਣ ਜਦੋਂ ਟਿਕਟਾਂ ਵੰਡਣ ਲੱਗੇ, ਮੈਨੂੰ ਉਹਦੇ ਫੈਸਲੇ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਟਿਕਟ ਉਹਨਾਂ ਨੇ ਉਸ ਬੰਦੇ ਨੂੰ ਦਿੱਤੀ ਹੈ ਜਿਹੜਾ 37 ਸਾਲ ਕਾਂਗਰਸ ਦੇ ਵਿੱਚ ਰਿਹਾ। 1985 ਪਹਿਲੀ ਵਾਰ MLA ਬਣਿਆ ਸੀ ਕਾਂਗਰਸ ਦੀ ਟਿਕਟ ਦੇ ਉੱਤੇ, 3 ਵਾਰ MLA ਰਿਹਾ, 2 ਵਾਰ ਕੈਬਨਿਟ ਦੇ ਵਿੱਚ ਰਿਹਾ, ਪਤਾ ਨਹੀਂ ਕਿੰਨੀ ਵਾਰੀ ਉਹ ਚੇਅਰਮੈਨ ਰਿਹਾ। ਆ ਜਿਹੜਾ ਭ੍ਰਿਸ਼ਟ ਸਿਸਟਮ ਜਿਹਨੂੰ ਬਦਲਣ ਦੀਆਂ ਗੱਲਾਂ ਕੇਜਰੀਵਾਲ ਸਾਹਿਬ ਕਰ ਰਹੇ ਆ, ਇਹ ਭ੍ਰਿਸ਼ਟ ਸਿਸਟਮ ਤਾਂ ਬਣਾਇਆ ਜੋਗਿੰਦਰ ਸਿੰਘ ਮਾਨ ਹੋਣਾ ਨੇ ਆ। ਇਹ ਸਿਸਟਮ ਦੇ ਜਨਮਦਾਤਾ ਹੀ ਜੋਗਿੰਦਰ ਸਿੰਘ ਮਾਨ ਹੋਣੀ ਆ। ਤਾਂ ਇਹ ਸਿਸਟਮ ਬਦਲ ਦੇਣਗੇ? ਇਹ ਕਦੇ ਨਹੀਂ ਬਦਲ ਸਕਦੇ। ਲੇਕਿਨ ਇੱਥੇ ਇੱਕ ਗੱਲ ਵਿਚਾਰਨ ਵਾਲੀ ਇਹ ਆ ਕਿ ਪਾਰਟੀਆਂ ਜਿਹੜੀਆਂ ਹੈਗੀਆਂ ਨਾ, ਪਾਰਟੀਆਂ ਨੂੰ ਕਈ ਵਾਰੀ ਇਦਾਂ ਲੱਗਦਾ ਵੀ ਅਸੀਂ ਭਾਵੇਂ ਕੁੱਤੇ ਦੇ ਗਲ ਦੇ ਵਿੱਚ ਵੀ ਟਿਕਟ ਪਾ ਦਈਏ ਤਾਂ ਉਹ ਵੀ ਜਿੱਤ ਜਾਊਗਾ, ਸਾਡੀ ਇੰਨੀ ਵੱਜਵੀਂ ਵੋਟ ਆ, ਸਾਡੀ ਇੰਨੀ ਵੱਜਵੀਂ ਵੋਟ ਆ। ਇਹ ਤਾਂ ਲੋਕ ਦੇਖਣ, ਜਦੋਂ ਲੋਕ ਇਹ ਗੱਲ ਮੰਨਣਗੇ ਵੀ ਨਹੀਂ ਯਾਰ, ਪਾਰਟੀ ਦੇ ਨਾਲ ਅਸੀਂ ਭਾਵੇਂ ਜੁੜੇ ਹੋਏ ਆ, ਲੇਕਿਨ ਜੇ ਇਹਨੇ ਮਾੜੇ ਬੰਦੇ ਨੂੰ ਟਿਕਟ ਦਿੱਤੀ ਆ ਨਾ ਤਾਂ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ। ਜਦੋਂ ਲੋਕ ਇਸ ਗੱਲ ਤੇ ਕਿਨਾਰਾ ਕਰਨਗੇ, ਇਹਨਾਂ ਦੀ ਜਿਹੜੀ ਇਹਨਾਂ ਨੇ ਆਪਣੀ ਪ੍ਰਾਪਰਟੀ ਸਮਝੀ ਹੋਈ ਆ ਨਾ ਲੋਕਾਂ ਦੀਆਂ ਵੋਟਾਂ ਨੂੰ, ਜਦੋਂ ਲੋਕਾਂ ਨੇ ਇਹ ਗੱਲ ਕਹਿਤੀ ਵੀ ਬੰਦਾ ਚੰਗਾ ਆਊਗਾ ਤਾਂ ਵੋਟ ਪਾਵਾਂਗੇ, ਤਾਂ ਇਹਨਾਂ ਦੇ ਦਿਮਾਗ ਟਿਕਾਣੇ ਆਉਣੇ ਆ। ਫਿਰ ਇਦਾਂ ਨਹੀਂ ਦੇਣਗੇ ਟਿਕਟ, ਫਿਰ ਚੰਗੇ ਬੰਦਿਆਂ ਨੂੰ ਟਿਕਟ ਦੇਣਗੇ। ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਨਾ, ਉਹਦੇ ਕੀਤੇ ਹੋਏ ਕੰਮਾਂ ਨੂੰ ਸਾਰਾ ਫਗਵਾੜਾ ਜਾਣਦਾ, ਸਾਰਾ ਹੀ ਫਗਵਾੜਾ ਜਾਣਦਾ ਵੀ ਉਹਨੇ ਕੀ ਕੁਝ ਕੀਤਾ। ਸਿਸਟਮ ਜਿਹੜਾ ਹੈਗਾ ਨਾ, ਅੱਜ ਇਸ ਸਿਸਟਮ ਨੂੰ ਅਸੀਂ ਬਦਲਣ ਦੀਆਂ ਗੱਲਾਂ ਕਰਦੇ ਹਾਂ, ਸਿਸਟਮ ਉਹਨਾਂ ਦਾ ਹੀ ਬਣਾਇਆ ਹੋਇਆ ਆ। ਪਰ ਉਹ ਕਹਿੰਦੇ ਅਸੀਂ ਦਿੱਲੀ ਦੇ ਵਿੱਚ ਸੱਤਾ 'ਚ ਆਏ ਆ, ਅਸੀਂ ਸਿਸਟਮ ਠੀਕ ਕੀਤਾ। ਖਾਸ ਕਰ ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਵਿਰੁੱਧ ਹੀ ਆ, ਵੱਡੀ ਲੜਾਈ ਸਾਡੀ। ਤੇ ਕਹਿੰਦੇ ਪੰਜਾਬ 'ਚ ਜੇ ਸੱਤਾ ਜਾ ਕੇ ਪੰਜਾਬ 'ਚ ਠੀਕ ਕਰ ਦਾਂਗੇ, ਚੰਗੇ ਮਾੜੇ ਬੰਦੇ ਤਾਂ ਸਾਰੀਆਂ ਪਾਰਟੀਆਂ 'ਚ ਹੁੰਦੇ ਆ, ਤੇ ਅਸੀਂ ਚੰਗੇ ਬੰਦੇ ਲੈ ਕੇ ਆ ਰਹੇ ਹਾਂ। ਮੈਂ ਕਹਿੰਦਾ ਜੀ, ਤੁਸੀਂ ਕਹਿੰਦੇ ਹੋ ਵੀ ਚੰਗੇ ਬੰਦੇ ਲੈ ਕੇ ਆ ਰਹੇ ਹੋ, 117 ਦੇ ਵਿੱਚੋਂ 70 ਬੰਦੇ ਉਹਨਾਂ ਪਾਰਟੀਆਂ ਦੇ ਆ ਜਿਨ੍ਹਾਂ ਪਾਰਟੀਆਂ ਦੇ ਸਿਸਟਮ ਨੂੰ ਇਹ ਖਤਮ ਕਰਨ ਦੀ ਗੱਲਾਂ ਕਰਦੇ ਆ। ਉਹ ਕਹਿੰਦੇ ਚੰਗੇ ਬੰਦੇ ਚੰਗੇ ਮਾੜੇ ਸਾਰੀਆਂ ਪਾਰਟੀਆਂ 'ਚ ਹੁੰਦੇ। ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਬੜਾ ਦੋਹਾ ਬੜਾ ਪੁਰਾਣਾ ਆ ਤੁਲਸੀਦਾਸ ਸਾਹਿਬ ਦਾ, ਹਨਾ। ਕਹਿੰਦੇ ਆਦ ਕਲੰਕ ਨਾ ਟਲੇ, ਜਾਤ ਸੁਭਾ ਨਾ ਜਾਏ, ਤੁਲਸੀਦਾਸ ਮਝੈਲ ਕੋ ਚਾਹੇ ਚਾਰੋਂ ਵੇਦ ਪੜਾਏ। ਚਾਹੇ ਬਿੱਲੇ ਦੇ ਸਿਰ ਤੇ ਦੀਵਾ ਰੱਖ ਕੇ 4 ਵੇਦ ਵੀ ਪੜ੍ਹਦੇ ਹੋ, ਉਹਦੀ ਝਪਟਣ ਦੀ ਆਦਤ ਨਹੀਂ ਜਾਂਦੀ। ਇਹਨਾਂ ਲੋਕਾਂ ਨਾਲੇ 70 ਸਾਲ ਦੀ ਉਮਰ ਦੇ ਵਿੱਚ ਜਾ ਕੇ ਆਦਤ ਬਦਲਣੀ ਹੁੰਦੀ ਹੈ। ਕੋਈ ਨਵਾਂ ਫਰੈਸ਼ ਮੁੰਡਾ ਹੋਵੇ ਤਾਂ ਸਮਝਦੇ ਆ ਵੀ ਯਾਰ ਉਹ ਕਿਸੇ ਪਾਸੇ ਨੂੰ ਕੋਈ ਨਵੀਂ ਗੱਲ ਕਰ ਲੂ। 70 ਸਾਲ ਦੀ ਉਮਰ 'ਚ ਜਾ ਕੇ ਕਿੱਦਾਂ ਆਦਤ ਬਦਲ ਜੂ, ਜਿਹੜੀ 35 ਸਾਲਾਂ ਦੀ ਉਮਰ ਦੇ ਵਿੱਚ ਪਈ ਹੋਈ ਸੀਗੀ। ਇਹ ਟਰਨਿੰਗ ਪੁਆਇੰਟ ਨਹੀਂ ਹੁੰਦੇ ਜ਼ਿੰਦਗੀ ਦੇ। ਇਹ ਤਾਂ ਟਿਕਟ ਦੀ ਖਾਤਰ ਇਧਰੋਂ ਉਧਰ ਤੇ ਇਧਰੋਂ ਉਧਰ ਜਿਹੜੀ ਟਿਕਟ ਦੀ ਖਾਤਰ ਕੀਤਾ ਉਹ ਕੰਮ ਜਿਹੜਾ ਹੈਗਾ ਉਹ ਏਦਾਂ ਨਹੀਂ ਬਣਨਾ। ਆਮ ਆਦਮੀ ਪਾਰਟੀ ਨਾਮ ਆ, ਆਮ ਆਦਮੀ ਪਾਰਟੀ ਦੇ ਵਿੱਚ ਬੰਦੇ ਸਾਰੇ ਖਾਸ ਹੀ ਆ। ਦੱਸੋ ਕਿਹੜਾ ਆਮ ਆ? ਆ ਬੈਠਾ ਆਮ, ਆ ਬੈਠਾ ਆਮ। ਮੇਰਾ ਪਰਿਵਾਰ ਜਾ ਕੇ ਚੈੱਕ ਕਰ ਲਓ, ਮੇਰਾ ਕੰਮ ਜਾ ਕੇ ਚੈੱਕ ਕਰ ਲਓ। ਆ ਬੈਠਾ ਆਮ, ਅੱਜ ਵੀ ਆਮ ਵਾਂਗੂ ਲੋਕਾਂ ਦੇ ਵਿੱਚ ਤੁਰਿਆ ਫਿਰਦਾ, ਲੋਕਾਂ ਦੇ ਵਿੱਚ ਕੰਮ ਕਰਦਾ। ਇਸ ਕਰਕੇ ਆਮ ਆਦਮੀ ਕਹਿਣਾ ਤੇ ਅਸਲ ਦੇ ਵਿੱਚ ਆਮ ਆਦਮੀ ਚੁਣਨਾ,
ਇਹ ਦੋਨਾਂ ਚੀਜ਼ਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਦੇ ਵਿੱਚ ਬੜਾ ਫਰਕ ਪਿਆ ਹੋਇਆ ਆ। ਤੁਸੀਂ ਜਾ ਕੇ ਕੱਲਾ ਕੱਲਾ ਉਮੀਦਵਾਰ ਚੈੱਕ ਤਾਂ ਕਰੋ, ਕਿਹੜਾ ਆਮ ਆਦਮੀ ਲਿਆਂਦਾ ਇਹਨਾਂ ਨੇ। ਇਹ ਆਮ ਆਦਮੀ ਨਹੀਂ ਹੈਗੇ। ਸ਼ੁਕਰੀਆ ਬਾਈ ਜੀ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਜਰਨੈਲ ਨੰਗਲ ਫਗਵਾੜੇ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਨੇ ਤੇ ਆਖਰੇ ਨੇ ਕਿ ਉਹ ਫਗਵਾੜੇ ਦੇ ਵਿੱਚ ਪਹਿਲਾਂ ਹੀ ਇੰਨਾ ਕੰਮ ਕਰ ਚੁੱਕੇ ਨੇ, ਹਾਲਾਂਕਿ ਉਹ ਕਦੇ ਵਿਧਾਇਕ ਨਹੀਂ ਬਣੇ। ਤੇ ਨਾਲ ਹੀ ਉਹਨਾਂ ਦਾ ਇਹ ਵੀ ਦਾਵਾ ਕਿ ਜੇ ਉਹ ਇੱਕ ਵਾਰੀ ਵਿਧਾਇਕ ਬਣ ਗਏ ਤਾਂ ਉਹ ਲੋਕਾਂ ਨੂੰ ਇਹਨਾਂ ਵਿਧਾਇਕਾਂ ਨੂੰ ਦਿਖਾ ਦੇਣਗੇ ਕਿ ਵਿਧਾਇਕ ਦੀ ਪਾਵਰ ਕੀ ਹੁੰਦੀ ਆ ਤੇ ਉਹ ਕਿਵੇਂ ਕੰਮ ਕਰ ਸਕਦਾ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।